ਪੰਜਾਬ ਦੇ ਸਾਰੇ ਸਿਆਸੀ ਲੀਡਰ ਜੋ ਹੈਗੇ ਨੇ ਜਿਹੜੀਆਂ ਸਹੂਲਤਾਂ ਇਹ ਲੋਕਾਂ ਨੂੰ ਦੇ ਰਹੇ ਨੇ ਕਿ ਵਾਕਈ ਇਹ ਸਹੂਲਤਾਂ ਵਿੱਚ ਜਾ ਕੇ ਆਪਣਾ ਲਾ ਸਕਦੇ ਨੇ ਕਿ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪਾ ਸਕਦੇ ਨੇ। ਜੇ ਲੋਕਾਂ ਨੂੰ ਕਹਿੰਦੇ ਨੇ ਵੀ ਅਸੀਂ ਇੰਨਾ ਵਧੀਆ ਕੰਮ ਕੀਤਾ, ਇੰਨੇ ਵਧੀਆ ਹਸਪਤਾਲ ਦੇਤੇ, ਇੰਨੇ ਵਧੀਆ ਸਕੂਲ ਦਿੱਤੇ, ਤਾਂ ਇਹਨਾਂ ਦੇ ਬੱਚੇ ਕਿਉਂ ਨਹੀਂ ਇਲਾਜ ਕਰਾਉਂਦੇ ਸਰਕਾਰੀ ਹਸਪਤਾਲ 'ਚੋਂ, ਜਾਂ ਇਹਨਾਂ ਦੇ ਬੱਚੇ ਕਿਉਂ ਨਹੀਂ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿੱਚ? ਲੋਕਾਂ ਨੂੰ ਦਿਖਾਉਣ ਦੇ ਲਈ ਆ ਕਿ ਲਓ ਜੀ ਅਸੀਂ ਤੁਹਾਡੇ ਭਲੇ ਦੀ ਗੱਲ ਕਰਦੇ ਆ, ਤੁਹਾਡੇ 'ਚ ਰਹਿੰਦੇ ਆ, ਤੁਹਾਡੇ 'ਚ ਵਿਚਰਦੇ ਆ, ਜਿਹੋ ਜਿਹੀਆਂ ਸਹੂਲਤਾਂ ਤੁਹਾਨੂੰ ਮਿਲਦੀਆਂ ਨੇ ਉਹੋ ਜਿਹੀਆਂ ਸਾਨੂੰ ਮਿਲਦੀਆਂ ਨੇ। ਇੱਕ ਜ਼ਿੰਦਗੀ ਇਹ ਆ ਕਿ ਜਦੋਂ ਬਿਮਾਰ ਹੁੰਦੇ ਨੇ, ਪਿਛਲੇ ਸਮੇਂ 'ਚ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਬਿਮਾਰ ਰਹੇ ਤਾਂ ਉਹਨਾਂ ਦੇ ਜਿਹੜਾ ਮੈਡੀਕਲ ਬਿੱਲ ਦਾ ਖਰਚਾ ਸੀ ਉਹ ਬੜਾ ਚਰਚਾ 'ਚ ਰਿਹਾ ਕਿ ਅਮਰੀਕਾ ਜਾ ਕੇ, USA ਜਾ ਕੇ ਉੱਥੇ ਉਹ ਖੁਦ ਵੀ ਇਲਾਜ ਕਰਵਾਇਆ ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਉਹਦਾ ਇਲਾਜ ਵੀ ਅਮਰੀਕਾ ਦੇ ਵਿੱਚ ਹੋਇਆ। ਕਿ ਜਿਹੜਾ ਸਿਹਤ ਮੰਤਰੀ ਆ ਉਹ ਆਪਣਾ ਇਲਾਜ ਨਿੱਜੀ ਹਸਪਤਾਲ ਦੇ ਵਿੱਚੋਂ ਕਿਉਂ ਕਰਾਵੇ, ਸਰਕਾਰੀ ਦੇ ਵਿੱਚੋਂ ਕਿਉਂ ਨਾ ਕਰਵਾਵੇ? ਸਹੂਲਤ ਵੀ ਇਹਨਾਂ ਦਿੱਤੀ ਨਾ, ਸਹੂਲਤ ਇਹਨਾਂ ਦਿੱਤੀ ਨਾ ਫਿਰ। ਬਿਲਕੁਲ। ਸਿੱਖਿਆ ਮੰਤਰੀ ਨੇ, ਜੇ ਸਿੱਖਿਆ ਮੰਤਰੀ ਦੇ ਖੁਦ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਨਹੀਂ ਪੜ੍ਹਦੇ ਤਾਂ ਉਸ ਨੂੰ ਸਵਾਲ ਹੋਣਗੇ। ਇਸ ਕਰਕੇ ਪਹਿਲੀ ਗੱਲ ਤਾਂ ਇਹ ਕੰਪਲਸਰੀ ਹੋਣਾ ਚਾਹੀਦਾ ਕਿ ਜਿੰਨੇ ਵੀ ਨੇ ਵਿਧਾਇਕ ਨੇ, ਮੁਲਾਜ਼ਮ ਨੇ, ਅਧਿਆਪਕ ਨੇ ਜਾਂ ਬਿਊਰੋਕ੍ਰੇਸੀ, ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨੇ ਚਾਹੀਦੇ ਨੇ। ਤੁਸੀਂ ਖੁਦ ਟੀਚਰ ਹੋ ਸਰਕਾਰੀ, ਕਿਸੇ ਨੇ ਕਿਹਾ ਵੀ ਤੁਸੀਂ ਤਾਂ ਸਰਕਾਰੀ ਟੀਚਰ ਹੋ ਤੇ ਬੱਚੀ ਨੂੰ ਤੁਸੀਂ ਪ੍ਰਾਈਵੇਟ ਸਕੂਲ ਪਾ ਕੇ ਰੱਖਿਆ, ਕਿ ਕਿਸੇ ਦੇ ਕਹਿਣ ਉੱਤੇ ਹੁਣ ਬੱਚੀ ਨੂੰ ਪਾਤਾ ਸਰਕਾਰੀ ਸਕੂਲ ਤੁਸੀਂ? ਕਿ ਸਮਾਜ ਦੇ ਵਿੱਚ ਜਿਹੜਾ ਇਹ ਪਾਇਆ ਜਾਂਦਾ ਕਿ ਜਦੋਂ ਅਧਿਆਪਕ ਮੰਗ ਕਰਦੇ ਨੇ ਕਿ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜਾਂ ਸਰਕਾਰੀ ਸਕੂਲਾਂ ਦੇ ਵਿੱਚ ਅਸਾਮੀਆਂ ਭਰੀਆਂ ਜਾਣ, ਤਾਂ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਵੀ ਤੁਸੀਂ ਆਪਣੇ ਬੱਚੇ ਕਿਉਂ ਨਹੀਂ ਪੜ੍ਹਾਉਂਦੇ? ਤੁਸੀਂ ਟੀਚਰਾਂ ਨੂੰ ਕਹਿੰਦੇ ਹੋ ਵੀ ਠੀਕ ਹੈ ਵੀ ਮੈਂ ਆਪਦੀ ਬੇਟੀ ਸਰਕਾਰੀ ਸਕੂਲ 'ਚ ਪਾਈ ਹੈ, ਬਾਕੀ ਟੀਚਰਾਂ ਨੂੰ ਤੁਸੀਂ ਕਹਿੰਦੇ ਹੋ ਜਾ ਕੇ ਵੀ ਤੁਸੀਂ ਵੀ ਪਾਓ ਆਪਣੇ ਸਰਕਾਰੀ ਸਕੂਲ ਦੇ ਵਿੱਚ, ਵੀ ਸਰਕਾਰੀ ਸਕੂਲ ਦੇ ਵਿੱਚ ਤਾਦਾਦ ਵਧੇ, ਪਤਾ ਲੱਗੇ ਸਰਕਾਰ ਨੂੰ ਵੀ ਇਹਦੇ ਵਿੱਚ ਹੋਰ ਅਸਾਮੀਆਂ ਦੀ ਲੋੜ ਹੈਗੀ ਹੈ, ਹੋਰ ਭਰਤੀਆਂ ਕਰਨ ਵੀ ਸਰਕਾਰੀ ਸਕੂਲ 'ਚ ਬੱਚੇ ਵੱਧਦੇ ਜਾਂਦੇ ਨੇ, ਤੁਸੀਂ ਕਹਿੰਦੇ ਹੋ ਟੀਚਰਾਂ ਨੂੰ ਜਾ ਕੇ ਕਿ ਜਿਹੜੇ ਸਰਕਾਰੀ ਅਧਿਆਪਕ ਨੇ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਕਿਉਂ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ? ਜਦ ਕਿ ਹਕੀਕਤ ਇਹ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੇ ਅਧਿਆਪਕਾਂ ਦੇ ਬੱਚੇ ਘੱਟ ਪੜ੍ਹਦੇ ਨੇ ਤਾਂ ਜਿਹੜੇ ਬਾਕੀ ਮੁਲਾਜ਼ਮ ਨੇ ਉਹਨਾਂ ਦੇ ਬੱਚੇ ਵੀ ਘੱਟ ਪੜ੍ਹਦੇ ਨੇ। ਕਿਸੇ ਵੀ ਲੀਡਰ ਦਾ ਪੰਜਾਬ ਵਿੱਚੋਂ ਕੋਈ ਵੀ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਕਿ ਉਸੇ ਸਰਕਾਰੀ ਸਕੂਲ ਦੇ ਟੀਚਰਾਂ ਨੂੰ ਡਿਊਟੀ ਕਰਨ 'ਤੇ ਲਗਾਇਆ ਜਾਂਦਾ? ਤੁਸੀਂ ਸੜਕਾਂ 'ਤੇ ਵੀ ਜਾਂਦੇ ਹੋ, ਕਰੋਨਾ ਵਿੱਚ ਵੀ ਤਾਂ ਡਿਊਟੀਆਂ ਲੱਗੀਆਂ, ਅੱਗੇ ਚੋਣਾਂ ਨੇ ਫਿਰ ਡਿਊਟੀਆਂ ਤੁਹਾਡੀ ਲੱਗਣੀਆਂ ਨੇ, ਕਿ ਵਾਕਈ ਕੋਈ ਲੀਡਰ ਦਾ ਬੱਚਾ ਪੜ੍ਹਦਾ ਤਾਂ ਡਿਊਟੀਆਂ ਲੱਗਣੀਆਂ ਸੀ? ਇਸ ਕਰਕੇ ਕਦੇ ਆਪਾਂ ਸੁਣਿਆ ਵੀ ਕਦੇ ਦੂਨ ਪਬਲਿਕ ਸਕੂਲ ਦੇ ਟੀਚਰ ਦਾ ਜਾਂ ਸਨਾਵਰ ਪਬਲਿਕ ਸਕੂਲ ਦੇ ਟੀਚਰ ਦੀ ਡਿਊਟੀ BLO ਵਜੋਂ ਲੱਗੀ ਹੋਵੇ, ਕਦੇ ਸੜਕਾਂ ਦੇ ਉੱਪਰ, ਨਾਕਿਆਂ ਦੇ ਉੱਪਰ ਲੱਗੀ ਹੋਵੇ? ਸਾਡੇ ਤਾਂ ਹਾਲ ਇਹ ਆ ਕਿ ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਦੇ ਅੱਗੇ ਲਗਾਤੀ ਕਿ ਬੋਤਲਾਂ ਗਿਣਨੀਆਂ ਨੇ ਕਿ ਕਿੰਨੀਆਂ ਬੋਤਲਾਂ ਨੇ ਜਿਹੜੀਆਂ ਉੱਥੋਂ ਬਾਹਰ ਨਿਕਲਦੀਆਂ ਨੇ। ਇਹ ਸਟੇਟਸ ਦਾ ਹੀ ਫਰਕ ਹੁੰਦਾ, ਜਾਂ ਕੋਈ ਸਰਕਾਰੀ ਨੌਕਰੀ ਵਾਲਾ ਕਹਿ ਦਿੰਦਾ ਯਾਰ ਮੇਰੇ ਬੱਚੇ ਕਿਉਂ ਪੜ੍ਹਨਾ ਸਰਕਾਰੀ ਸਕੂਲ ਦੇ ਵਿੱਚ, ਜਾਂ ਮੈਂ ਕਿਉਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਲਾਜ ਕਰਾਵਾਂ? ਸਟੇਟਸ ਦਾ ਫਰਕ ਪੈਂਦਾ? ਜਾਂ ਤੁਸੀਂ ਦੇਖਿਆ ਹੋਵੇ ਤੁਹਾਡੀ ਬੇਟੀ ਨੂੰ ਸਰਕਾਰੀ ਸਕੂਲ ਪਾ ਕੇ ਵੀ ਤੁਹਾਡੇ ਸਟੇਟਸ 'ਚ ਫਰਕ ਪਿਆ ਹੋਵੇ? ਨਹੀਂ, ਮੇਰਾ ਸਟੇਟਸ ਤਾਂ ਵਧਿਆ ਸਗੋਂ, ਤੇ ਬਤੌਰ ਬਾਕੀ ਕਈ ਹੋਰ ਸੋਚਦੇ ਨੇ। ਨਹੀਂ ਦੇਖੋ, ਸੋਚ ਹੋ ਸਕਦੀ ਹੈ। ਪਹਿਲੀ ਗੱਲ ਤਾਂ ਇਹ ਸੋਚ ਬਣਾਈ ਜਾਂਦੀ ਹੈ, ਖੜੀ ਕੀਤੀ ਜਾਂਦੀ ਹੈ। ਉਹੀ ਸਮਾਨ ਪਰਚੂਨ ਦਾ ਤੁਸੀਂ ਜਾ ਕੇ ਇੱਥੋਂ ਛੋਟੀ ਦੁਕਾਨ ਤੋਂ ਵੀ ਲੈ ਸਕਦੇ ਹੋ ਤੇ ਬਿਲਕੁਲ ਉਹੀ ਸਮਾਨ ਤੁਸੀਂ ਜਾ ਕੇ ਵੱਡੇ ਮਾਲ ਦੇ ਵਿੱਚ ਵੀ ਲੈ ਸਕਦੇ ਹੋ। ਤੇ ਜਦੋਂ ਤੁਸੀਂ ਵੱਡੇ ਮਾਲ ਦੇ ਵਿੱਚ ਜਾ ਕੇ ਲੈਂਦੇ ਹੋ, ਉੱਥੇ ਵੱਧ ਪੈਸੇ ਦਿੰਦੇ ਹੋ, ਵੱਧ ਲੁੱਟ ਕਰਵਾਉਂਦੇ ਹੋ, ਉਹ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਸਾਡਾ ਤਾਂ ਸਟੇਟਸ ਬਹੁਤ ਵਧੀਆ, ਤੇ ਤੁਹਾਡੇ ਹੱਥ ਦੇ ਵਿੱਚ ਜਦੋਂ ਉਸ ਮਾਲ ਦਾ ਲਿਫਾਫਾ ਹੁੰਦਾ ਤਾਂ ਤੁਸੀਂ 100 ਰੁਪਏ ਵਾਲੀ ਚੀਜ਼ 1000 ਰੁਪਏ ਵਿੱਚ ਖਰੀਦ ਕੇ ਵੀ ਆਪਣੇ ਆਪ ਨੂੰ ਸਟੇਟਸ 'ਚ ਉੱਪਰ ਸਮਝਦੇ ਹੋ। ਜੇ ਤੁਹਾਨੂੰ ਵੀ ਕੋਈ ਲੱਗਦਾ ਵੀ ਕੋਈ ਲੀਡਰ ਦਾ ਨਾਮ ਸੁਣਿਆ ਹੋਵੇਗਾ, ਕਮੈਂਟ ਕਰਕੇ ਦੱਸਣਾ ਵੀ ਕਿਸੇ ਵੀ ਲੀਡਰ ਨੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਾਇਆ ਹੋਵੇ, ਕਿਸੇ ਵੀ ਲੀਡਰ ਦਾ ਮੁੰਡਾ ਜਾਂ ਕੁੜੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਹੋਵੇ। ਜੇ ਤੁਹਾਨੂੰ ਕੋਈ ਲੀਡਰ ਦਾ ਨਾਮ ਯਾਦ ਹੋਏ ਕਮੈਂਟ ਕਰਕੇ ਦੱਸਣਾ। ਤਾਂ ਦੂਸਰੇ ਪਾਸੇ ਸਵਾਲ ਕਰ ਲੈਣਾ, ਜੋ ਸਹੂਲਤਾਂ ਤੁਹਾਨੂੰ ਲੀਡਰ ਦਿੰਦੇ ਨੇ ਸਰਕਾਰੀ ਪੱਖੋਂ ਕੀ ਵਾਕਈ ਉਹੀ ਸਹੂਲਤਾਂ ਵੀ ਲੈਦੇ ਨੇ? ਤੁਹਾਡੇ ਮਨ ਵਿੱਚ ਹਮੇਸ਼ਾ ਇੱਕ ਸਵਾਲ ਆਉਂਦਾ ਹੈ, ਜਿਹੜੇ ਸਰਕਾਰੀ ਨੌਕਰੀ ਕਰਦੇ ਨੇ ਉਹ ਸਰਕਾਰੀ ਸਹੂਲਤਾਂ ਦਾ ਫਾਇਦਾ ਕਿਉਂ ਨਹੀਂ ਲੈਂਦੇ? ਕੋਈ ਵੀ ਵਿਅਕਤੀ ਹੈ ਜੋ ਸਰਕਾਰੀ ਮੁਲਾਜ਼ਮ ਹੈ ਉਹ ਪ੍ਰਾਈਵੇਟ ਵਾਲੇ ਪਾਸੇ ਕਿਉਂ ਜਾਂਦਾ ਹੈ? ਹਮੇਸ਼ਾ ਚਰਚਾ ਇਹ ਛਿੜ ਜਾਂਦੀ ਹੈ। ਤੁਸੀਂ ਵੀ ਸਵਾਲ ਕਰਦੇ ਨੇ ਕਦੇ ਨਾ ਕਦੇ ਵੀ ਤੁਸੀਂ ਤਾਂ ਸਰਕਾਰੀ ਟੀਚਰ ਹੋ, ਤੁਸੀਂ ਸਰਕਾਰੀ ਡਾਕਟਰ ਹੋ, ਜਾਂ ਤੁਸੀਂ ਪੁਲਿਸ ਮੁਲਾਜ਼ਮ ਹੋ ਜਾਂ ਪ੍ਰਿੰਸੀਪਲ ਹੋ, ਵੀ ਤੁਹਾਡੇ ਬੱਚੇ ਪ੍ਰਾਈਵੇਟ ਸਕੂਲ ਵਿੱਚ ਕਿਉਂ ਜਾਣ, ਤੁਹਾਡੇ ਬੱਚੇ ਕਿਉਂ ਨਹੀਂ ਸਰਕਾਰੀ ਸਕੂਲ ਵਿੱਚ ਜਾਂਦੇ? ਇਹ ਸਵਾਲ ਉੱਠ ਜਾਂਦੇ ਨੇ। ਜਾਂ ਇੱਕ ਬੜੀ ਪਹਿਲਾਂ ਵੀ ਚਰਚਾ ਚੱਲੀ ਸੀ, ਇੱਕ ਲੀਡਰ ਨੇ ਕਹਿ ਦਿੱਤਾ ਸੀ
ਵੀ ਸਰਕਾਰੀ ਟੀਚਰ ਜੇ ਤਨਖਾਹਾਂ ਸਰਕਾਰੀ ਲੈਂਦੇ ਨੇ ਤਾਂ ਬੱਚੇ ਪ੍ਰਾਈਵੇਟ ਕਿਉਂ ਪੜ੍ਹਨ, ਇਸ ਉੱਪਰ ਵੀ ਬਵਾਲ ਮੱਚ ਗਿਆ ਸੀ। ਤਾਂ ਅੱਜ ਵਿਕਰਮਦੇਵ ਸਿੰਘ ਸਾਡੇ ਨਾਲ ਨੇ, ਜੋ ਕਿ ਸਰਕਾਰੀ ਟੀਚਰ ਨੇ, ਪ੍ਰਧਾਨ ਨੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ। ਆਪਾਂ ਇਹਨਾਂ ਕੋਲ ਜਾਣਾਂਗੇ ਕਿ ਇਹਨਾਂ ਨੇ ਆਪਣੀ ਬੇਟੀ ਨੂੰ 7ਵੀਂ ਕਲਾਸ ਤੱਕ ਤਾਂ ਪ੍ਰਾਈਵੇਟ ਪੜ੍ਹਾਇਆ, ਉਸ ਤੋਂ ਬਾਅਦ 8ਵੀਂ ਕਲਾਸ ਵਿੱਚ ਸਰਕਾਰੀ ਸਕੂਲ ਲੈ ਗਏ ਨੇ। ਹੁਣ ਸਵਾਲ ਹੁੰਦਾ ਕਿ ਵਾਕਈ ਕਿਸੇ ਨੂੰ ਇਹਨਾਂ ਨੇ ਕਿਹਾ, ਜਾਂ ਬਾਰ-ਬਾਰ ਲੋਕੀ ਕਹਿੰਦੇ ਸੀ ਵੀ ਤੁਸੀਂ ਪ੍ਰਧਾਨ ਹੋ, ਫਿਰ ਤੁਸੀਂ ਆਪਦੀ ਬੇਟੀ ਨੂੰ ਸਰਕਾਰੀ ਸਕੂਲ ਕਿਉਂ ਨਹੀਂ ਪੜ੍ਹਾਇਆ? ਤੁਸੀਂ ਆਪ ਖੁਦ ਦਾ ਟੀਚਰ ਹੋ। ਹੁਣ ਅੱਜ ਖੁਦ ਇਹਨਾਂ ਦੀ ਬੇਟੀ ਤੇ ਪਿਤਾ ਸਾਡੇ ਨਾਲ ਮੌਜੂਦ ਨੇ। ਹੁਣ ਇਹਨਾਂ ਨੇ ਆਪਦੀ ਬੇਟੀ ਨੂੰ ਸਰਕਾਰੀ ਸਕੂਲ ਵਿੱਚ ਪਾਇਆ ਹੈ ਤੇ ਟੀਚਰ ਨੇ ਸਰਕਾਰੀ। ਤੁਸੀਂ ਪੰਜਾਬ 'ਚ ਬਾਕੀ ਜਗ੍ਹਾ ਤੇ ਵੀ ਦੇਖਿਆ ਹੋਊਗਾ, ਇਹ ਵੀ ਚਰਚਾ ਛਿੜ ਗਈ ਸੀ ਕਿ ਜਿੰਨੇ ਵੀ ਮੁਲਾਜ਼ਮ ਨੇ ਸਰਕਾਰੀ, ਜੇ ਉਹ ਸਰਕਾਰੀ ਸਹੂਲਤਾਂ ਲੈਣ, ਸਰਕਾਰੀ ਹਸਪਤਾਲ ਜਾਣ, ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪਾਉਣ, ਤਾਂ ਕਿਤੇ ਨਾ ਕਿਤੇ ਥੋੜ੍ਹੀ ਜ਼ਿੰਮੇਵਾਰੀ ਬਣਦੀ ਹੈ, ਤਾਂ ਪੰਜਾਬ ਜਿਹੜਾ ਤਰੱਕੀ ਦੇ ਰਸਤੇ ਤੇ ਜਾਊਗਾ। ਪਰ ਦੂਸਰੇ ਪਾਸੇ ਇਹੀ ਗੱਲ ਲੀਡਰਾਂ ਤੇ ਵੀ ਲਾਗੂ ਹੁੰਦੀ ਹੈ। ਜੇ ਲੀਡਰਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨਗੇ ਤਾਂ ਹੀ ਕੋਈ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਵਿਅਕਤੀ ਜੋ ਸਰਕਾਰੀ ਨੌਕਰੀ ਕਰਦਾ ਹੈ, ਉਹ ਵੀ ਤਾਂ ਆਪਣੇ ਬੱਚੇ ਸਰਕਾਰੀ ਸਕੂਲ ਜਾਂ ਸਰਕਾਰੀ ਸਹੂਲਤਾਂ ਲੈਣਗੇ। ਲੀਡਰ ਜਦੋਂ ਬਾਹਰ ਜਾ ਕੇ ਇਲਾਜ ਕਰਾਉਂਦੇ ਨੇ, ਫਿਰ ਇਹ ਵੀ ਸਵਾਲ ਬਣਦਾ ਕਿ ਲੀਡਰਾਂ ਨੇ ਇੱਥੇ ਵਾਕਈ ਹੈਲਥ ਲਈ ਜਾਂ ਸਿਹਤ ਲਈ ਕੁਝ ਕੀਤਾ। ਉਦਾਹਰਨ ਇਹ ਹੈ ਕਿ ਕਰੋਨਾ ਕਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਚਲੇ ਜਾਂਦੇ ਨੇ ਦਿੱਲੀ ਕਰੋਨਾ ਇਲਾਜ ਕਰਵਾਉਣ ਵਾਸਤੇ, ਤੁਹਾਨੂੰ ਯਾਦ ਹੋਣਾ। ਪਰ ਕੀ ਵਾਕਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 10 ਸਾਲ ਕੋਈ ਇਹੋ ਜਿਹਾ ਸਿਹਤ ਸਹੂਲਤਾਂ ਨੂੰ ਲੈ ਕੇ ਕੰਮ ਕੀਤਾ ਕਿ ਸੁਖਬੀਰ ਸਿੰਘ ਬਾਦਲ ਇੱਥੇ ਇਲਾਜ ਕਰਾਉਂਦੇ, ਦਿੱਲੀ ਨਾ ਜਾਂਦੇ? ਇਹ ਵੀ ਸਵਾਲ ਹੈ। ਤਾਂ ਵਿਕਰਮਦੇਵ ਸਿੰਘ ਸਾਡੇ ਨਾਲ ਨੇ। ਸ਼ੁਰੂਆਤ ਇਹੀ ਕਰਾਂਗੇ ਕਿ ਵਾਕਈ ਕਿਸੇ ਨੇ ਟੋਕਿਆ ਵੀ ਖੁਦ ਪ੍ਰਧਾਨ ਨੇ, ਆਪ ਸਰਕਾਰੀ ਟੀਚਰ ਨੇ, ਬੱਚੀ ਪੜ੍ਹਦੀ ਸੀ ਪ੍ਰਾਈਵੇਟ ਸਕੂਲ, ਫਿਰ ਕਿਉਂ ਪਾਉਣਾ ਪਿਆ ਸਰਕਾਰੀ ਸਕੂਲ ਦੇ ਵਿੱਚ? ਭਾਈ ਬਾਬਾ, ਸਵਾਗਤ ਹੈ ਪੰਜਾਬ ਨਿਊਜ਼ ਤੇ। ਧੰਨਵਾਦ ਜੀ ਬਹੁਤ। ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਖੁਦ ਟੀਚਰ ਹੋ ਸਰਕਾਰੀ, ਕਿਸੇ ਨੇ ਕਿਹਾ ਵੀ ਤੁਸੀਂ ਤਾਂ ਸਰਕਾਰੀ ਟੀਚਰ ਹੋ ਤੇ ਬੱਚੀ ਨੂੰ ਤੁਸੀਂ ਪ੍ਰਾਈਵੇਟ ਸਕੂਲ ਪਾ ਕੇ ਰੱਖਿਆ, ਕਿ ਕਿਸੇ ਦੇ ਕਹਿਣ ਉੱਤੇ ਹੁਣ ਬੱਚੀ ਨੂੰ ਪਾਤਾ ਸਰਕਾਰੀ ਸਕੂਲ ਤੁਸੀਂ? ਨਹੀਂ, ਦੇਖੋ, ਇਹਦੇ 'ਚ ਕਿਸੇ ਦੇ ਕਹਿਣ ਜਾਂ ਨਾ ਕਹਿਣ ਦੀ ਗੱਲ ਨਹੀਂ ਹੈਗੀ। ਸਮਾਜ ਦੇ ਵਿੱਚ ਇੱਕ ਇਸ ਤਰੀਕੇ ਦਾ ਪਰਸੈਪਸ਼ਨ ਉਭਾਰਿਆ ਜਾਂਦਾ ਕਿ ਜਿਹੜੇ ਸਰਕਾਰੀ ਅਧਿਆਪਕ ਨੇ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਕਿਉਂ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ, ਜਦ ਕਿ ਹਕੀਕਤ ਇਹ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੇ ਅਧਿਆਪਕਾਂ ਦੇ ਬੱਚੇ ਘੱਟ ਪੜ੍ਹਦੇ ਨੇ ਤਾਂ ਜਿਹੜੇ ਬਾਕੀ ਮੁਲਾਜ਼ਮ ਨੇ ਉਹਨਾਂ ਦੇ ਬੱਚੇ ਵੀ ਘੱਟ ਪੜ੍ਹਦੇ ਨੇ। ਇਸ ਤੋਂ ਬਿਨਾਂ ਜਿਹੜੇ ਸਿਆਸੀ ਲੋਕ ਨੇ, ਵਿਧਾਇਕ ਨੇ, ਮੁੱਖ ਮੰਤਰੀ ਨੇ, ਇਹਨਾਂ ਦੇ ਖੁਦ ਦੇ ਜਿਹੜੇ ਬੱਚੇ ਨੇ ਜਾਂ ਜਿਹੜੇ ਆਪ ਨੇ ਖੁਦ, ਉਹ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜ੍ਹੇ ਹੋਏ, ਨਾ ਉਹਨਾਂ ਦੇ ਬੱਚੇ ਪੜ੍ਹ ਰਹੇ ਨੇ। ਇਸੇ ਢੰਗ ਨਾਲ ਜਿਹੜੇ ਬਿਊਰੋਕਰੇਟ ਨੇ, ਵੱਡੇ ਵੱਡੇ ਅਫਸਰ ਨੇ, ਉਹਨਾਂ ਦੇ ਬੱਚੇ ਵੀ ਨਹੀਂ ਪੜ੍ਹ ਰਹੇ। ਪਰ ਸਿਰਫ ਨਿਸ਼ਾਨਾ ਅਧਿਆਪਕ ਨੂੰ ਬਣਾਇਆ ਜਾਂਦਾ, ਇਹ ਸਮਾਜ ਦੇ ਵਿੱਚ ਬਿਲਕੁਲ ਹੈਗਾ। ਤਾਂ ਇਸ ਕਰਕੇ ਜੇ ਮੈਂ ਆਪਣੀ ਬੇਟੀ ਅਨਾਹਦ, ਮੇਰੀ ਬੇਟੀ ਆ ਇਹ, ਇਸ ਨੂੰ 7ਵੀਂ ਤੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੀ ਰਹੀ। ਉਸ ਤੋਂ ਬਾਅਦ ਜੇ 8ਵੀਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਣ ਦਾ ਫੈਸਲਾ ਕੀਤਾ, ਇੱਕ ਤਾਂ ਉਹ ਮੇਰਾ ਇਕੱਲੇ ਦਾ ਫੈਸਲਾ ਨਹੀਂ, ਕਿਉਂਕਿ ਮੇਰੀ ਬੇਟੀ ਖੁਦ ਇਸ ਗੱਲ ਲਈ ਸਹਿਮਤ ਹੋਈ, ਖੁਦ ਤਿਆਰ ਹੋਈ, ਖੁਦ ਇਹਨੇ ਗੱਲ ਕੀਤੀ ਕਿ ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਨਾ ਚਾਹੁੰਦੀ ਹਾਂ। ਇਸ ਕਰਕੇ ਹਾਂ, ਇਹ ਜ਼ਰੂਰ ਆ ਕਿ ਸਮਾਜ ਦੇ ਵਿੱਚ ਜਿਹੜਾ ਇਹ ਪਾਇਆ ਜਾਂਦਾ ਕਿ ਜਦੋਂ ਅਧਿਆਪਕ ਮੰਗ ਕਰਦੇ ਨੇ ਕਿ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜਾਂ ਸਰਕਾਰੀ ਸਕੂਲਾਂ ਦੇ ਵਿੱਚ ਅਸਾਮੀਆਂ ਭਰੀਆਂ ਜਾਣ, ਤਾਂ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਵੀ ਤੁਸੀਂ ਆਪਣੇ ਬੱਚੇ ਕਿਉਂ ਨਹੀਂ ਪੜ੍ਹਾਉਂਦੇ। ਤਾਂ ਇੱਕ ਨੈਤਿਕ ਤੌਰ 'ਤੇ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਬੱਚੇ ਪੜ੍ਹਨੇ ਚਾਹੀਦੇ ਨੇ ਅਧਿਆਪਕ ਦੇ। ਪਰ ਜੇ ਪੂਰੇ ਇੱਕ ਚੌਕਟੇ ਦੇ ਵਿੱਚੋਂ ਦੇਖੀਏ ਸਮਾਜ ਦੇ, ਅਸੀਂ ਆਮ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ ਪਾਲਿਸੀ ਮੇਕਰ ਨੇ, ਨੀਤੀ ਬਣਾਉਣ ਵਾਲੇ ਨੇ ਜਾਂ ਨੀਤੀ ਲਾਗੂ ਕਰਨ ਵਾਲੇ ਨੇ, ਜੇ ਉਹਨਾਂ ਦੇ ਬੱਚੇ ਜਾਂ ਜਿੰਨੇ ਵੀ ਕੋਈ ਖਜ਼ਾਨੇ ਦੇ ਵਿੱਚੋਂ ਤਨਖਾਹ ਲੈਂਦੇ ਨੇ, ਭੱਤੇ ਲੈਂਦੇ ਨੇ, ਪੈਨਸ਼ਨਾਂ ਲੈਂਦੇ ਨੇ, ਉਹ ਚਾਹੇ ਕੋਈ ਬਿਊਰੋਕਰੇਟ ਹੋਣ, ਚਾਹੇ ਸਿਆਸੀ ਲੋਕ ਹੋਣ ਤੇ ਮੁਲਾਜ਼ਮ ਹੋਣ, ਜੇ ਉਹਨਾਂ ਸਾਰਿਆਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਤਾਂ ਸਰਕਾਰੀ ਸਕੂਲਾਂ ਦੀ ਜਿਹੜੀ ਸਿੱਖਿਆ ਉਹ ਹੋਰ ਜ਼ਿਆਦਾ ਬਿਹਤਰ ਹੋ ਸਕਦੀ ਆ। ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਜੇ ਸਰਕਾਰੀ ਸਕੂਲ ਦੇ ਵਿੱਚ ਡਿਪਟੀ ਕਮਿਸ਼ਨਰ ਦਾ ਬੱਚਾ ਪੜ੍ਹਦਾ ਹੋਊਗਾ, ਮੁੱਖ ਮੰਤਰੀ ਦਾ ਬੱਚਾ ਪੜ੍ਹਦਾ ਹੋਊਗਾ, ਤਾਂ ਫਿਰ ਇਹ ਨਹੀਂ ਹੋਊਗਾ ਜਿਹੜਾ ਅਧਿਆਪਕ ਆ ਉਸ ਦੀ ਡਿਊਟੀ ਆ ਜਿਹੜੀ ਉਹ BLO ਦੀ ਡਿਊਟੀ ਲੱਗੂਗੀ, ਵੋਟਾਂ ਬਣਾਉਣ ਜਾਂ ਵੋਟਾਂ ਕੱਟਣ ਦੀ ਡਿਊਟੀ ਲੱਗੂਗੀ, ਜਾਂ ਨਾਕਿਆਂ ਦੇ ਉੱਪਰ ਜਾਂ ਸੜਕਾਂ ਦੇ ਉੱਪਰ ਡਿਊਟੀ ਲੱਗੂਗੀ। ਇਹ ਸਭ ਕਿਉਂ ਆ? ਕਿਉਂਕਿ ਇਹ ਆ, ਤੁਸੀਂ ਇਹਨਾਂ ਬਾਰੇ ਦੇਖੋ ਕਿ ਜੇ ਆਪਣੇ ਸਾਬਕਾ ਉਪ ਮੁੱਖ ਮੰਤਰੀ ਰਹੇ ਨੇ ਸੁਖਬੀਰ ਬਾਦਲ, ਉਹ ਸਨਾਵਰ ਸਕੂਲ ਦੇ ਵਿੱਚ ਪੜ੍ਹੇ, ਤੇ ਇਸੇ ਢੰਗ ਨਾਲ ਮਨਪ੍ਰੀਤ ਬਾਦਲ ਨੇ, ਮੌਜੂਦਾ ਵਿੱਤ ਮੰਤਰੀ, ਉਹ ਦੂਨ ਪਬਲਿਕ ਸਕੂਲ ਦੇ ਵਿੱਚ ਪੜ੍ਹੇ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਨੇ, ਉਹ ਸਨਾਵਰ ਤੇ ਦੂਨ ਸਕੂਲ ਦੇ ਵਿੱਚ ਪੜ੍ਹੇ ਹੋਏ ਨੇ।
ਕਹਿੰਦਾ ਭਾਵ ਉਹਨਾਂ ਬਾਰੇ ਕੋਈ ਚਰਚਾ ਨਹੀਂ ਕਰਦਾ। ਉਹ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਜਿਨ੍ਹਾਂ ਦੀ ਜਿਹੜੀ ਫੀਸ ਆ 10-10 ਲੱਖ ਰੁਪਈਆ ਸਾਲਾਨਾ ਫੀਸ ਆ। ਤੇ ਜੇ ਪੰਜਾਬ ਦੇ ਅਧਿਆਪਕਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਛੋਟੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਤਾਂ ਉਹ ਇੱਕ ਚਰਚਾ ਬਣਦੀ ਆ। ਬਾਅਦ 'ਚ ਤੁਹਾਡੇ ਕੋਲ ਆਊਂਗਾ। ਅੱਛਾ ਬੇਟਾ, ਤੁਹਾਡਾ ਨਾਮ ਕੀ ਹੈ? ਅਨਾਹਦ। ਤੁਸੀਂ ਖੁਦ ਗਏ ਸਰਕਾਰੀ ਸਕੂਲ ਕਿ ਤੁਹਾਡੇ ਪਿਤਾ ਜੀ ਨੇ ਕਿਹਾ ਵੀ ਨਹੀਂ ਹੁਣ ਪ੍ਰਾਈਵੇਟ ਨਹੀਂ ਸਰਕਾਰੀ ਸਕੂਲ ਜਾਣਾ ਹੀ ਪੈਣਾ? ਨਹੀਂ, ਮੇਰੀ ਵੀ ਮਰਜ਼ੀ ਸੀ ਕਿ ਮੈਂ ਸਰਕਾਰੀ ਸਕੂਲ 'ਚ ਜਾਣਾ, ਤੇ ਮੇਰੇ ਦੋਨੋਂ ਮੰਮਾ ਪਾਪਾ ਵੈਸੇ ਵੀ ਸਰਕਾਰੀ ਟੀਚਰ ਨੇ, ਤਾਂ ਮੇਰਾ ਵੀ ਹੱਕ ਬਣਦਾ ਕਿ ਮੈਂ ਵੀ ਸਰਕਾਰੀ ਸਕੂਲ 'ਚ ਲੱਗਾ। ਕੀ ਫਰਕ ਦਿਖਾਈ ਦਿੰਦਾ ਹੈ ਜੇ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਪ੍ਰਾਈਵੇਟ ਸਕੂਲ ਦੇ ਵਿੱਚ ਤੇ ਸਰਕਾਰੀ ਸਕੂਲ ਦੇ ਵਿੱਚ? ਕੀ ਫਰਕ ਨਜ਼ਰ ਆਉਂਦਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ? ਹਾਂ, ਜਿਵੇਂ ਕਿ ਪਿਛਲੇ ਸਕੂਲ 'ਚ ਸਿਰਫ ਹਫਤੇ 1-2 ਪੀਰੀਅਡ ਹੀ ਲੱਗਦੇ ਸੀ, ਇਸ ਸਕੂਲ 'ਚ ਤਾਂ ਹਰ ਰੋਜ਼ ਹੀ ਪੰਜਾਬੀ ਦੇ ਪੀਰੀਅਡ ਲੱਗਦੇ ਨੇ, ਜਿਸ ਨਾਲ ਮੇਰੀ ਪੰਜਾਬੀ ਹੋਰ ਅੱਛੀ ਹੋਣ ਲੱਗ ਗਈ ਆ। ਹੁਣ ਤੁਸੀਂ ਪੰਜਾਬੀ ਸ਼ੁੱਧ ਬੋਲਣ ਲੱਗ ਪਏ? ਹਾਂਜੀ। ਪ੍ਰਾਈਵੇਟ ਸਕੂਲ ਦੇ ਵਿੱਚ ਹਿੰਦੀ ਜਾਂ ਇੰਗਲਿਸ਼ ਵਿੱਚ ਹੀ ਗੱਲਬਾਤ ਹੁੰਦੀ ਸੀ ਕਿ ਪੰਜਾਬੀ 'ਚ ਵੀ ਗੱਲਬਾਤ ਹੁੰਦੀ ਹੈ? ਸਾਡੇ ਸਕੂਲ ਦੇ ਵਿੱਚ ਹਿੰਦੀ ਦੇ ਪੀਰੀਅਡ ਆਏ ਹੁੰਦਾ, ਹਿੰਦੀ ਦੇ ਪੀਰੀਅਡ ਹਿੰਦੀ, ਇੰਗਲਿਸ਼ ਦੇ ਬਾਕੀ ਪੀਰੀਅਡ 'ਚ ਇੰਗਲਿਸ਼, ਪੰਜਾਬੀ ਦੇ ਪੀਰੀਅਡ ਵਿੱਚ ਅਲਾਉ ਹੀ ਸੀ ਸਾਨੂੰ ਵੈਸੇ ਪੂਰੀ ਪੰਜਾਬੀ ਬੋਲਣਾ। ਹੁਣ ਤੁਸੀਂ ਸਰਕਾਰੀ ਸਕੂਲ ਗਏ ਹੋ ਤੇ ਸਰਕਾਰੀ ਸਕੂਲ 'ਚ ਹੁੰਦਾ ਹੈ ਹਿੰਦੀ ਦੇ ਪੀਰੀਅਡ 'ਚ ਹਿੰਦੀ, ਇੰਗਲਿਸ਼ ਦੇ ਪੀਰੀਅਡ ਵਿੱਚ ਇੰਗਲਿਸ਼? ਨਹੀਂ, ਉਰੇ ਤਾਂ ਟੀਚਰਸ ਵੀ ਬਲਕਿ ਪੰਜਾਬੀ ਦੇ ਵਿੱਚ ਸਮਝਾਉਂਦੇ ਨੇ ਚੈਪਟਰਸ ਤਾਂ। ਪੰਜਾਬੀ 'ਚ ਸਾਰਾ ਕੰਮ? ਹਾਂਜੀ। ਕਦੇ ਜੋ 7ਵੀਂ ਕਲਾਸ ਤੱਕ ਤੁਸੀਂ ਪੜ੍ਹੇ ਹੋ ਪ੍ਰਾਈਵੇਟ ਤੇ ਜੋ ਤੁਹਾਡੇ ਫਰੈਂਡ ਨੇ 7ਵੀਂ ਕਲਾਸ ਵਿੱਚ ਤੁਹਾਡੇ ਦੋਸਤ ਨੇ, ਕਦੀ ਕਿਹਾ ਉਹਨਾਂ ਨੇ ਵੀ ਤੁਸੀਂ ਕਿਉਂ ਗਏ ਹੋ ਪ੍ਰਾਈਵੇਟ ਛੱਡ ਕੇ ਸਰਕਾਰੀ ਸਕੂਲ ਦੇ ਵਿੱਚ? ਨਹੀਂ, ਉਹਨਾਂ ਨੇ ਵੈਸੇ ਐ ਪੁੱਛਿਆ ਨਹੀਂ ਸੀ, ਪਰ ਇਸ ਸਕੂਲ ਵਾਲੇ ਨੇ ਪੁੱਛਿਆ ਸੀ ਕਿ ਮੈਂ ਉਰੇ ਪ੍ਰਾਈਵੇਟ ਸਕੂਲ ਛੱਡ ਕੇ ਉਰੇ ਕਿਉਂ ਆਈ। ਤੇ ਤੁਸੀਂ ਕੀ ਜਵਾਬ ਦਿੱਤਾ ਸੀ? ਮੈਂ ਦਿੱਤਾ ਕਿ ਜਿਹੜਾ ਮੈਂ ਪਹਿਲਾਂ ਹੀ ਬੋਲਿਆ ਸੀ ਕਿ ਮੇਰੇ ਮੰਮਾ ਪਾਪਾ ਦੋਨੋਂ ਹੀ ਨੇ, ਤਾਂ ਵੈਸੇ ਵੀ ਮੇਰਾ ਮਨ ਸੀ ਕਿ ਮੈਂ ਸਰਕਾਰੀ ਸਕੂਲ 'ਚ ਲੱਗਾ। ਭਾਈ ਤੁਹਾਡੇ ਵਾਈਫ ਨੇ ਉਹ ਵੀ ਸਰਕਾਰੀ ਟੀਚਰ ਨੇ, ਗਵਰਨਮੈਂਟ ਟੀਚਰ ਨੇ। ਹੁਣ ਸਵਾਲ ਹੁੰਦਾ ਵੀ ਚਰਚਾ ਪਹਿਲਾਂ ਵੀ ਚੱਲੀ ਸੀ, ਤੁਹਾਨੂੰ ਯਾਦ ਹੋਣਾ ਇੱਕ ਲੀਡਰ ਨੇ ਕਹਿ ਦਿੱਤਾ ਸੀ ਕਿ ਸਰਕਾਰੀ ਸਕੂਲ ਦੇ ਟੀਚਰ ਤਨਖਾਹਾਂ ਤਾਂ ਲੈਂਦੇ ਨੇ ਸਰਕਾਰੀ, ਬੱਚੇ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ। ਇਹ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਚਰਚਾ ਛਿੜ ਗਈ ਸੀ। ਉਸ ਤੋਂ ਬਾਅਦ ਕਈ ਟੀਚਰਾਂ ਨੇ ਵਿਰੋਧ ਵੀ ਕੀਤਾ ਵੀ ਕਿਉਂ ਗੱਲ ਕਹੀ, ਇਹ ਸਾਡਾ ਹੱਕ ਹੈ। ਹੱਕ ਤਾਂ ਹੈਗਾ, ਕੋਈ ਵੀ ਵਿਅਕਤੀ ਕਿਸੇ ਵੀ ਬੱਚੇ ਨੂੰ ਸਰਕਾਰੀ ਜਾਂ ਪ੍ਰਾਈਵੇਟ ਪੜ੍ਹਾ ਸਕਦਾ, ਪਰ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਤਨਖਾਹਾਂ ਲੈਂਦੇ ਹਾਂ ਸਰਕਾਰ ਕੋਲੋਂ, ਵੀ ਅਸੀਂ ਸਰਕਾਰੀ ਸਹੂਲਤਾਂ ਦਾ ਕਿਉਂ ਨਾ ਫਾਇਦਾ ਚੁੱਕੀਏ। ਠੀਕ ਹੈ, ਜੇ ਦੂਜੇ ਪਾਸੇ ਸਰਕਾਰੀ ਸਹੂਲਤਾਂ ਦੀ ਗੱਲ ਹੁੰਦੀ ਹੈ, ਕਹਿੰਦੇ ਵੀ ਸਰਕਾਰੀ ਸਹੂਲਤਾਂ ਘੱਟ ਨੇ, ਨਹੀਂ ਮਿਲਦੀਆਂ, ਫਿਰ ਲੀਡਰਾਂ ਨੂੰ ਸਵਾਲ ਕਰੋ ਨਾ ਜਾ ਕੇ ਉੱਥੇ। ਜੇ ਤੁਸੀਂ ਇਹ ਕਹਿ ਦੋ ਕਿ ਸਹੂਲਤਾਂ ਘੱਟ ਨਹੀਂ ਮਿਲਦੀਆਂ, ਫਿਰ ਲੀਡਰਾਂ ਨੂੰ ਸਵਾਲ ਵੀ ਕਰੋ ਵੀ ਕਿਉਂ ਘੱਟ ਮਿਲਦੀਆਂ ਨੇ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਆ, ਸਿਆਸੀ ਜਮਾਤ ਆ ਜਾਂ ਉਸ ਦੇ ਵਿੱਚ ਬਿਊਰੋਕ੍ਰੇਸੀ ਆ, ਤਾਂ ਉਹਨਾਂ ਨੂੰ ਤਾਂ ਦੂਜਿਆਂ ਦੇ ਉੱਪਰ ਇਹ ਗੱਲ ਥੋਪਣ ਦਾ ਜਾਂ ਕਹਿਣ ਦਾ ਕੋਈ ਨੈਤਿਕ ਅਧਿਕਾਰ ਉਹ ਨਹੀਂ ਹੈਗਾ। ਕਾਰਨ ਇਹ ਕਿ ਉਹ ਨੀਤੀ ਬਣਾਉਂਦੇ ਨੇ ਕਿ ਸਰਕਾਰੀ ਸਕੂਲ ਕਿਹੋ ਜਿਹੇ ਹੋਣ, ਹਸਪੀਟਲ ਕਿਹੋ ਜਿਹੇ ਹੋਣ। ਉਹ ਨੀਤੀਆਂ ਬਣਾਉਂਦੇ ਨੇ ਕਿ ਸਰਕਾਰੀ ਸਕੂਲਾਂ ਦਾ ਅਤੇ ਹਸਪੀਟਲਾਂ ਦਾ, ਹਸਪਤਾਲਾਂ ਦਾ, ਇਹਨਾਂ ਦਾ ਨਿੱਜੀਕਰਨ ਕਰਨਾ, ਅਤੇ ਉਹ ਨੀਤੀਆਂ ਬਣਾਉਂਦੇ ਨੇ ਕਿ ਇਹਨਾਂ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹ ਕਿਵੇਂ ਖਤਮ ਕਰਨੀਆਂ ਨੇ। ਤਾਂ ਇੱਕ ਪਾਸੇ ਤਾਂ ਉਹ ਨੀਤੀਆਂ ਬਣਾ ਕੇ ਸਿਹਤ ਦੇ ਖੇਤਰ ਦੇ ਵਿੱਚੋਂ, ਸਿੱਖਿਆ ਦੇ ਖੇਤਰ ਦੇ ਵਿੱਚੋਂ ਬਾਹਰ ਆ ਰਹੇ ਨੇ, ਅਤੇ ਦੂਜੇ ਪਾਸੇ ਜੇ ਉਹ ਇਹ ਕਹਿੰਦੇ ਨੇ ਕਿ ਅਧਿਆਪਕ ਨਹੀਂ ਆਪਣੇ ਬੱਚੇ ਪੜ੍ਹਾਉਂਦੇ। ਸਾਨੂੰ ਇਹ ਲੱਗਦਾ ਵੀ ਹੁਣ ਜਿਵੇਂ ਮੇਰੀ ਬੇਟੀ ਪੜ੍ਹ ਰਹੀ ਆ ਸਰਕਾਰੀ ਸਕੂਲ ਦੇ ਵਿੱਚ, ਤਾਂ ਇੱਥੇ ਇੰਗਲਿਸ਼ ਮੀਡੀਅਮ ਦੀਆਂ ਕਿਤਾਬਾਂ ਹੁਣ ਤੱਕ ਵੀ ਵੱਡੀ ਗਿਣਤੀ ਦੇ ਵਿੱਚ ਸਕੂਲਾਂ ਦੇ ਵਿੱਚ ਨਹੀਂ ਪਹੁੰਚੀਆਂ। ਤਾਂ ਜੇ ਇੱਥੇ ਬੱਚੇ ਪੜ੍ਹਦੇ ਹੋਣ ਮੁੱਖ ਮੰਤਰੀ ਦੇ, ਇੱਥੇ ਪੜ੍ਹਦੇ ਹੋਣ ਬੱਚੇ ਬਿਊਰੋਕ੍ਰੇਸੀ ਦੇ, ਤਾਂ ਫਿਰ ਇਹ ਜਿਹੜੀਆਂ ਕਿਤਾਬਾਂ ਦਾ ਮਾਮਲਾ ਜਾਂ ਖਾਲੀ ਅਸਾਮੀਆਂ ਨੇ, ਖਾਲੀ ਅਸਾਮੀਆਂ ਲੰਬਾ ਸਮਾਂ ਭਰੀਆਂ ਨਹੀਂ ਜਾਂਦੀਆਂ, ਤਾਂ ਫਿਰ ਇਹ ਸਾਰੇ ਮਾਮਲੇ ਹੱਲ ਹੋ ਸਕਦੇ ਨੇ। ਇਸ ਕਰਕੇ ਉਹ ਜਦੋਂ ਕਹਿੰਦੇ ਨੇ, ਵਿਧਾਇਕ ਕਹਿੰਦੇ ਨੇ ਜਾਂ ਸਿਆਸੀ ਲੋਕ ਕਹਿੰਦੇ ਨੇ, ਉਹ ਸਿਰਫ ਆਪਣਾ ਜਿਹੜਾ ਜ਼ਿੰਮੇਵਾਰੀ ਆ ਉਸ ਤੋਂ ਭੱਜਣ ਲਈ ਕਹਿੰਦੇ ਨੇ। ਅਤੇ ਅਸੀਂ ਜਦੋਂ ਮੰਗ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਿਤਾਬਾਂ ਸਹੀ ਸਮੇਂ 'ਤੇ ਪਹੁੰਚਣ, ਜਿਹੜੀਆਂ ਅਸਾਮੀਆਂ ਨੇ ਉਹ ਭਰੀਆਂ ਜਾਣ, ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਅਸੀਂ ਇਸ ਜ਼ਿੰਮੇਵਾਰੀ ਦੇ ਵਿੱਚੋਂ ਉਹ ਕਰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾਉਣਾ ਚਾਹੁੰਦੇ ਹਾਂ। ਅਤੇ ਇਹ ਸਰਕਾਰ ਆ ਜਿਹੜੀ ਉਸ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਆ, ਜਿਸ 'ਚੋਂ ਨਿਰਾਸ਼ ਹੋ ਕੇ ਹੋ ਸਕਦਾ ਕੁਛ ਮੁਲਾਜ਼ਮ, ਕੁਛ ਅਧਿਆਪਕ ਜਾਂ ਕੁਛ ਲੋਕ ਜਿਹੜੇ ਪੜ੍ਹਾਉਣਾ ਚਾਹੁੰਦੇ ਵੀ ਨੇ ਸਰਕਾਰੀ ਸਕੂਲਾਂ ਦੇ ਵਿੱਚ, ਉਹਨਾਂ ਨੂੰ ਨਿਰਾਸ਼ ਹੋ ਕੇ ਫਿਰ ਪ੍ਰਾਈਵੇਟ ਵੱਲ ਰੁੱਖ ਕਰਨਾ ਪੈਂਦਾ। ਤੁਸੀਂ ਕਹਿ ਵੀ ਰਹੇ ਸੀ ਕਿ ਤੁਸੀਂ ਸਕੂਲ 'ਚ ਐਡਮਿਸ਼ਨ ਕਰਾਉਣ ਗਏ ਸਰਕਾਰੀ ਸਕੂਲ ਦੇ ਵਿੱਚ, ਪ੍ਰਿੰਸੀਪਲ ਕਹਿੰਦੇ ਤੁਹਾਡੀ ਤਸਵੀਰ ਲੈਣੀ ਹੈ। ਹੋਰ ਕੀ ਗੱਲਬਾਤ ਕੀਤੀ ਪ੍ਰਿੰਸੀਪਲ ਨੇ ਕਿ ਵਾਕਈ ਤੁਸੀਂ ਬਹੁਤ ਵਧੀਆ ਕੰਮ ਕੀਤਾ, ਜਾਂ ਹੋਰ ਸਰਕਾਰੀ ਟੀਚਰਾਂ ਨੂੰ ਵੀ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਹੀ ਪਾਉਣੇ ਚਾਹੀਦੇ ਨੇ? ਕੀ ਰਾਬਤਾ ਹੈ ਪ੍ਰਿੰਸੀਪਲ ਨਾਲ? ਦੇਖੋ, ਵੈਸੇ ਇਹ ਮੇਰਾ ਮੰਨਣਾ ਵੀ ਇਹ ਨਿੱਜੀ ਫੈਸਲਾ ਕਿ ਤੁਸੀਂ ਸਰਕਾਰੀ ਅਧਿਆਪਕ ਹੁੰਦੇ ਹੋਏ ਆਪਣਾ ਬੱਚਾ ਤੁਸੀਂ ਪ੍ਰਾਈਵੇਟ ਚਲਾਉਣਾ ਜਾਂ ਸਰਕਾਰੀ ਦੇ ਵਿੱਚ ਲਗਾਉਣਾ। ਪਰ ਜਦੋਂ ਮੈਂ ਆਪਣੀ ਬੇਟੀ ਨੂੰ ਐਡਮਿਸ਼ਨ ਕਰਵਾ ਕੇ ਆਇਆ ਤਾਂ ਉੱਥੋਂ ਦੇ ਪ੍ਰਿੰਸੀਪਲ ਬਲਵੀਰ ਸਿੰਘ ਜੌੜਾ,
ਤਾਂ ਉਹਨਾਂ ਨੇ ਵੀ ਇਸ ਨੂੰ ਕਾਫੀ ਐਪਰੀਸ਼ੀਏਟ ਕੀਤਾ ਤੇ ਉਹਨਾਂ ਨੇ ਫੋਟੋ ਵਗੈਰਾ ਵੀ ਕਲਿੱਕ ਕੀਤੀ ਤੇ ਉਹ ਫੋਟੋ ਬਹੁਤ ਵਾਇਰਲ ਹੋਈ। ਕਾਰਨ ਇਹ ਕਿ ਕਿਉਂਕਿ ਅਸੀਂ ਅਧਿਆਪਕਾਂ ਦੇ ਆਗੂ ਹਾਂ, ਜਥੇਬੰਦੀ ਦੇ ਵਿੱਚ ਕੰਮ ਕਰਦੇ ਆ, ਤਾਂ ਇੱਕ ਚਰਚਾ ਵੀ ਚੱਲੀ ਵੀ ਜੇ ਇੱਕ ਅਧਿਆਪਕ ਆਗੂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਸਕਦੇ ਨੇ ਤਾਂ ਬਾਕੀ ਜਿਹੜੇ ਅਧਿਆਪਕ ਨੇ, ਬਾਕੀ ਜਿਹੜੇ ਮੁਲਾਜ਼ਮ ਨੇ ਜਾਂ ਬਾਕੀ ਜਿਹੜੇ ਸਿਆਸੀ ਲੋਕ ਜਾਂ ਬਿਊਰੋਕਰੇਟ ਨੇ ਉਹਨਾਂ ਦੇ ਬੱਚੇ ਕਿਉਂ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਹੁਣ ਪ੍ਰਧਾਨ ਹੋ, ਆਪਣੇ ਜੋ ਡੈਮੋਕ੍ਰੈਟਿਕ ਫਰੰਟ ਦੇ ਪ੍ਰਧਾਨ ਹੋ, ਤੁਸੀਂ ਟੀਚਰਾਂ ਨੂੰ ਕਹਿੰਦੇ ਹੋ ਵੀ ਠੀਕ ਹੈ ਵੀ ਮੈਂ ਆਪਦੀ ਬੇਟੀ ਸਰਕਾਰੀ ਸਕੂਲ 'ਚ ਪਾਈ ਹੈ, ਬਾਕੀ ਟੀਚਰਾਂ ਨੂੰ ਤੁਸੀਂ ਕਹਿੰਦੇ ਹੋ ਜਾ ਕੇ ਵੀ ਤੁਸੀਂ ਵੀ ਪਾਓ ਆਪਣੇ ਸਰਕਾਰੀ ਸਕੂਲ ਦੇ ਵਿੱਚ, ਵੀ ਸਰਕਾਰੀ ਸਕੂਲ ਦੇ ਵਿੱਚ ਤਾਦਾਦ ਵਧੇ, ਪਤਾ ਲੱਗੇ ਸਰਕਾਰ ਨੂੰ ਵੀ ਇਹਦੇ ਵਿੱਚ ਹੋਰ ਅਸਾਮੀਆਂ ਦੀ ਲੋੜ ਹੈਗੀ ਹੈ, ਹੋਰ ਭਰਤੀਆਂ ਕਰਨ ਵੀ ਸਰਕਾਰੀ ਸਕੂਲ 'ਚ ਬੱਚੇ ਵੱਧਦੇ ਜਾਂਦੇ ਨੇ, ਤੁਸੀਂ ਕਹਿੰਦੇ ਹੋ ਟੀਚਰਾਂ ਨੂੰ ਜਾ ਕੇ? ਬਿਲਕੁਲ, ਇਹ ਅਸੀਂ ਪਹਿਲਾਂ ਵੀ ਕਹਿੰਦੇ ਸੀ, ਹੁਣ ਵੀ ਕਹਿੰਦੇ ਆ, ਹੁਣ ਤਾਂ ਸਗੋਂ ਵੱਧ ਜ਼ਿੰਮੇਵਾਰੀ ਦੇ ਨਾਲ ਕਹਿੰਦੇ ਆ। ਤੇ ਪਰ ਅਫਸੋਸ ਇਸ ਗੱਲ ਦਾ ਕਿ ਪਿਛਲੇ ਸਮੇਂ ਦੇ ਵਿੱਚ ਬੱਚਿਆਂ ਦੀ ਗਿਣਤੀ ਕਾਫੀ ਵਧੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ। ਸਰਕਾਰ ਖੁਦ ਆਪਣੀ ਪਿੱਠ ਥਾਪੜਦੀ ਆ ਕਿ ਦੇਖੋ ਸਰਕਾਰੀ ਸਕੂਲ ਵਧੀਆ ਹੋ ਗਏ, ਇਸ ਵਿੱਚ ਬੱਚਿਆਂ ਦੀ ਗਿਣਤੀ ਵਧੀ ਆ। ਪਰ ਉਸ ਦੇ ਮੁਕਾਬਲੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਰਕਾਰੀ ਅਧਿਆਪਕਾਂ ਦੀ ਜਿਹੜੀ ਭਰਤੀਆਂ ਨੇ ਨਵੀਆਂ ਉਹ ਹੋਈਆਂ ਨੇ ਪਿਛਲੇ 4.5 ਸਾਲ ਦੇ ਵਿੱਚ, ਪ੍ਰਾਇਮਰੀ ਦੀ ਇੱਕ ਵੀ ਭਰਤੀ ਸਰਕਾਰ ਨੇ ਪੰਜਾਬ ਦੀ ਨੇ ਪੂਰੀ ਨਹੀਂ ਕੀਤੀ, ਕੰਪਲੀਟ ਨਹੀਂ ਕੀਤੀ। ਉੱਪਰ ਵੀ ਬੇਰੁਜ਼ਗਾਰ ਅਧਿਆਪਕ ਨੇ ਜਿਹੜੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਤੁਸੀਂ ਭਰਤੀਆਂ ਕਰੋ। ਤਾਂ ਇੱਕ ਪਾਸੇ ਬੱਚਿਆਂ ਦੀ ਗਿਣਤੀ ਵਧਣਾ, ਦੂਜੇ ਪਾਸੇ ਸਰਕਾਰੀ ਅਧਿਆਪਕਾਂ ਦੀਆਂ ਨੌਕਰੀਆਂ ਨਾ ਕੱਢਣੀਆਂ, ਤਾਂ ਇਹ ਇਸ ਗੱਲ ਨੂੰ ਵੀ ਸਾਬਤ ਕਰਦਾ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਜਾਂ ਜਿਹੜੀ ਕੇਂਦਰ ਸਰਕਾਰ ਆ, ਇਹਨਾਂ ਦੀ ਨੀਤੀ ਨਿੱਜੀਕਰਨ ਨੂੰ ਵਧਾਉਣ ਵਾਲੀ ਆ। ਇਹ ਗਿਣਤੀ ਜੇ ਵੱਧ ਵੀ ਜਾਂਦੀ ਆ, ਵਧਣੀ ਚਾਹੀਦੀ ਆ, ਪਰ ਜੇ ਵੱਧ ਵੀ ਜਾਂਦੀ ਆ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਨੇ ਸਰਕਾਰੀ ਅਦਾਰੇ ਨੇ ਜਿਹੜੇ ਉਹਨਾਂ ਦਾ ਕੋਈ ਭਲਾ ਕਰ ਦੇਣਾ। ਕਿਉਂਕਿ ਤੁਹਾਨੂੰ ਮੈਂ ਦੱਸਦਾ ਵੀ ਇਹ ਇੱਕ ਪਾਸੇ ਜਿਵੇਂ 3 ਖੇਤੀ ਕਾਨੂੰਨਾਂ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ, ਕਿਸਾਨੀ ਪੂਰੇ ਦੇਸ਼ ਦੀ ਉਹਨਾਂ ਦੇ ਖਿਲਾਫ ਨਿਕਲੀ ਹੋਈ ਆ, ਉਸੇ ਦੇ ਤਰਜ਼ ਉੱਪਰ ਮੋਦੀ ਸਰਕਾਰ ਇੱਕ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਆ। ਉਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਇਹ ਦਰਜ ਆ ਕਿ ਜਿੰਨੇ ਵੀ ਛੋਟੇ ਸਕੇਲ ਦੇ ਸਕੂਲ ਨੇ, ਪ੍ਰਾਇਮਰੀ ਸਕੂਲ ਨੇ, ਮਿਡਲ ਸਕੂਲ ਨੇ, ਹਾਈ ਸਕੂਲ ਨੇ ਜਾਂ ਸੀਨੀਅਰ ਸੈਕੰਡਰੀ ਸਕੂਲ ਨੇ, ਉਹ ਸਾਰੇ ਮਰਜ ਕਰਕੇ ਸਕੂਲਾਂ ਦੀ ਜਿਹੜੀ ਗਿਣਤੀ ਆ ਉਹ ਘਟਾਉਣੀ ਆ। ਕੰਪਲੈਕਸ ਸਕੂਲ ਨੇ ਜਿਹੜੇ ਕਾਰਪੋਰੇਟ ਮਾਡਲ ਟਾਈਪ, ਉਹ ਸਕੂਲ ਖੜੇ ਕਰਨੇ ਨੇ ਤੇ ਲਗਭਗ 90% ਸਕੂਲ ਨੇ ਜਿਹੜੇ ਉਹ ਮਰਜ ਕਰਕੇ 10% ਦੇ ਉੱਪਰ ਲੈ ਕੇ ਆਉਣੇ ਨੇ। ਤਾਂ ਹੁਣ ਜਦੋਂ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਉਸ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ, ਦੂਜੇ ਪਾਸੇ ਪੰਜਾਬ ਦੇ ਵਿੱਚ ਹੀ ਉਸੇ ਮੋਦੀ ਸਰਕਾਰ ਦੀ ਜਿਹੜੀ ਕੌਮੀ ਸਿੱਖਿਆ ਨੀਤੀ 2020 ਆ ਉਹਨੂੰ ਲੁਕਵੇਂ ਰੂਪ ਦੇ ਵਿੱਚ ਲਾਗੂ ਕਰ ਰਿਹਾ। ਇਸ ਕਰਕੇ ਸਿਰਫ ਬੱਚਿਆਂ ਦੀ ਗਿਣਤੀ ਜੇ ਵੱਧ ਜੂਗੀ ਤਾਂ ਇਹ ਸਰਕਾਰਾਂ ਕੋਈ ਸਰਕਾਰੀ ਸਕੂਲਾਂ ਬਾਰੇ ਸੋਚਣਾ ਸ਼ੁਰੂ ਕਰ ਦੇਣਗੀਆਂ। ਸਾਨੂੰ ਨਹੀਂ ਲੱਗਦਾ ਇਹ ਸਰਕਾਰੀ ਸਕੂਲਾਂ ਬਾਰੇ, ਸਰਕਾਰੀ ਹਸਪਤਾਲਾਂ ਬਾਰੇ ਜਾਂ ਜਿੰਨੇ ਵੀ ਬੁਨਿਆਦੀ ਸਹੂਲਤਾਂ ਦੇਣ ਵਾਲੇ ਮਹਿਕਮੇ ਨੇ ਉਹਨਾਂ ਬਾਰੇ ਉਦੋਂ ਸੋਚਣਗੀਆਂ ਜਦੋਂ ਲੋਕ ਇਹਨਾਂ ਦੀਆਂ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ, ਨਿੱਜੀਕਰਨ ਪੱਖੀ ਨੀਤੀਆਂ ਨੇ, ਉਸ ਦੇ ਖਿਲਾਫ ਖੜੇ ਹੋਣਗੇ ਤੇ ਇਹਨਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰਨਗੇ ਇਸ ਬਾਰੇ। ਅੱਛਾ, ਤੁਸੀਂ ਆਪਾਂ ਲੀਡਰਾਂ ਦੀ ਗੱਲ ਕਰ ਰਹੇ ਹਾਂ ਕਿ ਕੋਈ ਲੀਡਰ, ਕਿਸੇ ਵੀ ਲੀਡਰ ਦਾ ਪੰਜਾਬ ਵਿੱਚੋਂ ਕੋਈ ਵੀ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਕਿ ਉਸੇ ਸਰਕਾਰੀ ਸਕੂਲ ਦੇ ਟੀਚਰਾਂ ਨੂੰ ਡਿਊਟੀ ਕਰਨ ਤੇ ਲਗਾਇਆ ਜਾਂਦਾ। ਤੁਸੀਂ ਸੜਕਾਂ ਤੇ ਵੀ ਜਾਂਦੇ ਹੋ, ਕਰੋਨਾ ਵਿੱਚ ਵੀ ਤਾਂ ਡਿਊਟੀਆਂ ਲੱਗੀਆਂ, ਅੱਗੇ ਚੋਣਾਂ ਨੇ ਫਿਰ ਡਿਊਟੀਆਂ ਤੁਹਾਡੀ ਲੱਗਣੀਆਂ ਨੇ, ਕਿ ਵਾਕਈ ਕੋਈ ਲੀਡਰ ਦਾ ਬੱਚਾ ਪੜ੍ਹਦਾ ਤਾਂ ਡਿਊਟੀਆਂ ਲੱਗਣੀਆਂ ਸੀ? ਬਿਲਕੁਲ, ਇਹੀ ਵੱਡਾ ਸਵਾਲ ਆ ਇਹਨਾਂ ਸਿਆਸੀ ਲੋਕਾਂ ਨੂੰ ਕਿ ਮੈਂ ਪਹਿਲਾਂ ਦੱਸਿਆ ਵੀ ਅਸਲ ਦੇ ਵਿੱਚ ਸਕੂਲ 3 ਤਰ੍ਹਾਂ ਦੇ ਨੇ। ਇੱਕ ਸਕੂਲ ਤਾਂ ਸਰਕਾਰੀ ਸਕੂਲ ਜਿਨ੍ਹਾਂ ਬਾਰੇ ਇਹ ਮੰਨਿਆ ਜਾਂਦਾ ਵੀ ਇਹ ਤਾਂ ਸ਼ਾਇਦ ਗਰੀਬਾਂ ਦੇ ਸਕੂਲ ਨੇ। ਦੂਜੇ ਸਕੂਲ ਪ੍ਰਾਈਵੇਟ ਸਕੂਲ ਜਿਸ ਦੇ ਵਿੱਚ ਮੱਧ ਵਰਗ ਦੇ ਬੱਚੇ ਜਾਂਦੇ ਨੇ। ਇੱਕ ਸਕੂਲ ਉਹ ਨੇ ਅਲਾਈਟ ਸਕੂਲ ਨੇ ਜਿਹੜੇ ਜਿਵੇਂ ਸਨਾਵਰ ਸਕੂਲ ਆ ਜਾਂ ਦੂਨ ਸਕੂਲ ਆ, ਜਿਨ੍ਹਾਂ ਦੇ ਵਿੱਚ ਇਹ ਜਿਹੜੇ ਸਿਆਸੀ ਲੋਕ ਨੇ, ਕੋਈ ਮੁੱਖ ਮੰਤਰੀ ਆ, ਕੋਈ MLA ਆ, ਕੋਈ ਪ੍ਰਧਾਨ ਮੰਤਰੀ ਆ, ਇਹਨਾਂ ਦੇ ਬੱਚੇ ਜਾਂ ਜਿਹੜੇ ਕਾਰਪੋਰੇਟ ਨੇ ਛੋਟੇ ਵੱਡੇ ਉਹਨਾਂ ਦੇ ਬੱਚੇ ਉਹ ਅਲਾਈਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ। ਇਸ ਕਰਕੇ ਕਦੇ ਆਪਾਂ ਸੁਣਿਆ ਵੀ ਕਦੇ ਦੂਨ ਪਬਲਿਕ ਸਕੂਲ ਦੇ ਟੀਚਰ ਦਾ ਜਾਂ ਸਨਾਵਰ ਪਬਲਿਕ ਸਕੂਲ ਦੇ ਟੀਚਰ ਦੀ ਡਿਊਟੀ BLO ਵਜੋਂ ਲੱਗੀ ਹੋਵੇ, ਕਦੇ ਸੜਕਾਂ ਦੇ ਉੱਪਰ, ਨਾਕਿਆਂ ਦੇ ਉੱਪਰ ਲੱਗੀ ਹੋਵੇ। ਸਾਡੇ ਤਾਂ ਹਾਲ ਇਹ ਆ ਕਿ ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਦੇ ਅੱਗੇ ਲਗਾਤੀ ਕਿ ਬੋਤਲਾਂ ਗਿਣਨੀਆਂ ਨੇ ਕਿ ਕਿੰਨੀਆਂ ਬੋਤਲਾਂ ਨੇ ਜਿਹੜੀਆਂ ਉੱਥੋਂ ਬਾਹਰ ਨਿਕਲਦੀਆਂ ਨੇ। ਇਸੇ ਢੰਗ ਨਾਲ ਕਪੂਰਥਲੇ ਦੇ ਵਿੱਚ, ਫਗਵਾੜੇ ਦੇ ਵਿੱਚ ਟੀਚਰਾਂ ਦੀ ਡਿਊਟੀ ਮਾਈਨਿੰਗ ਦੇ ਕੰਮ ਦੇ ਉੱਪਰ ਲਗਾਤੀ ਕਿ ਮਾਈਨਿੰਗ ਰੋਕਣੀ ਕਿਵੇਂ ਆ, ਜਦ ਕਿ ਇਹ ਸਾਰੇ ਕੰਮ ਜਿਹੜੇ ਕਿਹਦੀ ਮਿਲੀ ਭੁਗਤ ਨਾਲ ਹੁੰਦੇ ਨੇ, ਸਿਆਸੀ ਲੋਕ ਸ਼ਾਮਲ ਹੁੰਦੇ ਨੇ, ਪੁਲਿਸ ਸ਼ਾਮਲ ਹੁੰਦੀ ਆ, ਗੁੰਡੇ ਸ਼ਾਮਲ ਹੁੰਦੇ ਨੇ। ਤਾਂ ਉੱਥੇ ਜਦੋਂ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਆ ਤਾਂ ਜਿਹੜੇ ਅਧਿਆਪਕ ਦੀ ਡਿਊਟੀ ਸ਼ਰਾਬ ਫੈਕਟਰੀ ਤੇ ਲੱਗੀ ਹੋਊਗੀ, ਮਾਈਨਿੰਗ ਤੇ ਲੱਗੀ ਹੋਊਗੀ, ਤਾਂ ਉਹ ਬੱਚਿਆਂ ਨੂੰ ਕੀ ਸੇਧ ਦੇ ਰਿਹਾ ਹੋਊਗਾ ਜਾਂ ਬੱਚੇ ਉਸ ਤੋਂ ਕੀ ਸਿੱਖ ਰਹੇ ਹੋਣਗੇ। ਇਸ ਕਰਕੇ ਇਹ ਤਾਂ ਬਿਲਕੁਲ ਤੈਅ ਆ ਕਿ ਜੇ ਇਹਨਾਂ ਦੇ ਬੱਚੇ ਇੱਥੇ ਪੜ੍ਹਦੇ ਹੋਣ, ਸਰਕਾਰੀ ਖਜ਼ਾਨੇ ਚੋਂ ਜਿਹੜਾ ਵੀ ਕੋਈ ਸਹੂਲਤ ਲੈ ਰਿਹਾ
ਤਾਂ ਫਿਰ ਪੰਜਾਬ ਦੇ ਅਧਿਆਪਕਾਂ ਦੀ ਜਾਂ ਇਸ ਦੇਸ਼ ਦੇ ਜਿਹੜੇ ਅਧਿਆਪਕਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਨੇ ਉਹ ਫਿਰ ਇਹ ਨਹੀਂ ਲਗਾਉਣਗੇ। ਹੁਣ ਜੇ ਗੱਲ ਕਰੀਏ ਕਰੋਨਾ ਵੇਲੇ ਦੀ, ਕਈ ਲੀਡਰ ਚਲੇ ਗਏ ਦਿੱਲੀ ਇਲਾਜ ਕਰਵਾਉਣ ਵਾਸਤੇ, ਸੁਖਬੀਰ ਸਿੰਘ ਬਾਦਲ ਉਦਾਹਰਨ ਵੀ ਹੈਗੇ ਨੇ। ਜੇ 10 ਸਾਲ ਜੇ ਇਹਨਾਂ ਲੀਡਰਾਂ ਨੇ ਕੰਮ ਕੀਤਾ ਹੁੰਦਾ, ਜਿਹੜੀ ਪੰਜਾਬ 'ਚ ਸਹੂਲਤਾਂ ਲੋਕਾਂ ਨੂੰ ਦੇ ਨੇ, ਪੰਜਾਬ ਦੇ ਸਾਰੇ ਸਿਆਸੀ ਲੀਡਰ ਜੋ ਹੈਗੇ ਨੇ, ਜਿਹੜੀਆਂ ਸਹੂਲਤਾਂ ਇਹ ਲੋਕਾਂ ਨੂੰ ਦੇ ਨੇ ਕਿ ਵਾਕਈ ਇਹ ਸਹੂਲਤਾਂ ਵਿੱਚ ਜਾ ਕੇ ਆਪਣਾ ਲਾ ਸਕਦੇ ਨੇ, ਕਿ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪਾ ਸਕਦੇ ਨੇ। ਜੇ ਲੋਕਾਂ ਨੂੰ ਕਹਿੰਦੇ ਨੇ ਵੀ ਅਸੀਂ ਇੰਨਾ ਵਧੀਆ ਕੰਮ ਕੀਤਾ, ਇੰਨੇ ਵਧੀਆ ਹਸਪਤਾਲ ਦੇਤੇ, ਇੰਨੇ ਵਧੀਆ ਸਕੂਲ ਦਿੱਤੇ, ਫਿਰ ਇਹਨਾਂ ਦੇ ਬੱਚੇ ਕਿਉਂ ਨਹੀਂ ਇਲਾਜ ਕਰਾਉਂਦੇ ਸਰਕਾਰੀ ਹਸਪਤਾਲ 'ਚੋਂ, ਜਾਂ ਇਹਨਾਂ ਦੇ ਬੱਚੇ ਕਿਉਂ ਨਹੀਂ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿੱਚ? ਦੇਖੋ, ਅਸਲ ਦੇ ਵਿੱਚ ਇਹ ਆ ਕਿ ਸਾਡੇ ਇਸ ਦੇਸ਼ ਦੇ ਜਿਹੜੇ ਸਿਆਸਤਦਾਨ ਨੇ ਉਹ ਦੋਹਰੀ ਜ਼ਿੰਦਗੀ ਜਿਉਂਦੇ ਨੇ। ਇੱਕ ਜ਼ਿੰਦਗੀ ਤਾਂ ਉਹ ਜੋ ਲੋਕਾਂ ਨੂੰ ਦਿਖਾਉਣ ਦੇ ਲਈ ਆ, ਲੋਕਾਂ ਨੂੰ ਦਿਖਾਉਣ ਦੇ ਲਈ ਆ ਕਿ ਲਓ ਜੀ ਅਸੀਂ ਤੁਹਾਡੇ ਭਲੇ ਦੀ ਗੱਲ ਕਰਦੇ ਆ, ਤੁਹਾਡੇ 'ਚ ਰਹਿੰਦੇ ਆ, ਤੁਹਾਡੇ 'ਚ ਵਿਚਰਦੇ ਆ, ਜਿਹੋ ਜਿਹੀਆਂ ਸਹੂਲਤਾਂ ਤੁਹਾਨੂੰ ਮਿਲਦੀਆਂ ਨੇ ਉਹੋ ਜਿਹੀਆਂ ਸਾਨੂੰ ਮਿਲਦੀਆਂ ਨੇ। ਇੱਕ ਜ਼ਿੰਦਗੀ ਇਹ ਆ ਕਿ ਜਦੋਂ ਬਿਮਾਰ ਹੁੰਦੇ ਨੇ, ਪਿਛਲੇ ਸਮੇਂ 'ਚ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਬਿਮਾਰ ਰਹੇ ਤਾਂ ਉਹਨਾਂ ਦੇ ਜਿਹੜਾ ਮੈਡੀਕਲ ਬਿੱਲ ਦਾ ਖਰਚਾ ਸੀ ਉਹ ਬੜਾ ਚਰਚਾ 'ਚ ਰਿਹਾ ਕਿ ਅਮਰੀਕਾ ਜਾ ਕੇ, USA ਜਾ ਕੇ ਉੱਥੇ ਉਹ ਖੁਦ ਵੀ ਇਲਾਜ ਕਰਵਾਇਆ ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਉਹਦਾ ਇਲਾਜ ਵੀ ਅਮਰੀਕਾ ਦੇ ਵਿੱਚ ਹੋਇਆ। ਇਸ ਕਰਕੇ ਇਹ ਇਸ ਤਰੀਕੇ ਦੀ ਜਿਹੜੀ ਜ਼ਿੰਦਗੀ ਜਿਉਂਦੇ ਨੇ ਕਿ ਕਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਹਾਥੀ ਦੇ ਜਿਹੜੇ ਦੰਦ ਨੇ ਉਹ ਖਾਣ ਨੂੰ ਹੋਰ, ਦਿਖਾਉਣ ਨੂੰ ਹੋਰ। ਇਸ ਕਰਕੇ ਇਹ ਸਿਰਫ ਦਿਖਾਉਣ ਵਾਸਤੇ ਨੇ, ਦਿਖਾਵੇ ਵਾਸਤੇ ਨੇ ਕਿ ਅਸੀਂ ਲੋਕਾਂ ਲਈ ਆ। ਪਰ ਚੰਗੀ ਗੱਲ ਇਹ ਆ ਕਿ ਲੋਕ ਹੁਣ ਜਾਗਰੂਕ ਹੋ ਰਹੇ ਨੇ। ਤੁਸੀਂ ਹੁਣ ਪ੍ਰੋਟੈਸਟ ਕਰਨੇ ਹੋ, ਚੰਡੀਗੜ੍ਹ ਜਾਂਦੇ ਹੋ, ਮੋਹਾਲੀ ਜਾਂਦੇ ਹੋ, ਹੁਣ ਵੀ ਪ੍ਰੋਟੈਸਟ ETT ਦੇ ਅਧਿਆਪਕਾਂ ਦਾ ਚੱਲ ਰਿਹਾ ਸੀ। ਜਦੋਂ ਪ੍ਰੋਟੈਸਟ ਕਰਨੇ ਹੋ, ਦੂਸਰੇ ਪਾਸੇ ਪੁਲਿਸ ਲਾਠੀ ਚਾਰਜ ਕਰਦੀ ਹੈ, ਤੁਹਾਡੇ 'ਤੇ ਪਾਣੀ ਦੀ ਬੁਛਾਰਾਂ ਪੈਂਦੀਆਂ ਨੇ, ਫਿਰ ਉਹੀ ਚੀਜ਼ ਅਖਬਾਰ ਵਿੱਚ ਆ ਜਾਂਦੀ ਹੈ। ਫਿਰ ਸਕੂਲ ਵਿੱਚ ਜਾ ਕੇ ਬੱਚੇ ਪੁੱਛਦੇ ਨੇ ਤੁਸੀਂ ਕੀ ਕਰਨ ਗਏ ਸੀ ਉੱਥੇ ਚੰਡੀਗੜ੍ਹ, ਕੀ ਕਰਨ ਗਏ ਸੀ ਮੋਹਾਲੀ? ਦੇਖੋ, ਬੱਚੇ ਪੁੱਛਦੇ ਨੇ, ਸਾਨੂੰ ਵੀ ਪੁੱਛਦੇ ਨੇ ਤੇ ਉਹਨਾਂ ਨੂੰ ਵੀ ਪੁੱਛਦੇ ਹੋਣਗੇ। ਜਿਹੜਾ ਕੋਈ ਅਧਿਆਪਕ ਟੈਂਕੀ ਤੇ ਚੜ੍ਹਦਾ, ਟਾਵਰ ਤੇ ਚੜ੍ਹਦਾ ਜਾਂ ਨਹਿਰਾਂ 'ਚ ਛਾਲ ਮਾਰਦਾ, ਬੱਚਿਆਂ ਦੇ ਉੱਪਰ ਇੱਕ ਅਸਰ ਜਾਂਦਾ, ਕਿਉਂਕਿ ਬੱਚਾ ਬਹੁਤ ਕੋਮਲ ਸੁਭਾਅ ਦਾ ਹੁੰਦਾ ਤੇ ਉਹ ਆਪਣੇ ਆਲੇ ਦੁਆਲੇ ਜੋ ਵੀ ਵਾਪਰਦਾ ਉਸ ਨੂੰ ਬਹੁਤ ਕੀਨਲੀ, ਬਹੁਤ ਧਿਆਨ ਨਾਲ ਉਸ ਨੂੰ ਓਬਜ਼ਰਵ ਕਰਦਾ। ਪਰ ਵੱਡੀ ਗੱਲ ਇਹ ਆ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਸਿਰਫ ਇਹ ਨਹੀਂ ਹੈਗਾ ਕਿ ਸਿਲੇਬਸ ਆਧਾਰਿਤ ਗੱਲ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਪੰਜਾਬ ਦਾ ਜਿਹੜਾ ਇੱਕ ਇਤਿਹਾਸ ਆ ਲੜਨ ਵਾਲਾ, ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਉਹਨਾਂ ਨਾਲ ਗੱਲ ਕਰਦੇ ਆ ਕਿ ਸ਼ਹੀਦ ਭਗਤ ਸਿੰਘ ਸੀ ਜਿਹੜੇ ਕਿਵੇਂ ਉਵੇਂ ਉਸ ਸਮੇਂ ਦੇ ਜਿਹੜੀ ਸਾਮਰਾਜੀ ਤਾਕਤ ਸੀ ਅੰਗਰੇਜ਼ਾਂ ਦੀ, ਉਸ ਦੇ ਖਿਲਾਫ ਲੜੇ। ਸ਼ਹੀਦ ਊਧਮ ਸਿੰਘ ਬਾਰੇ ਉਹਨਾਂ ਨਾਲ ਗੱਲ ਕਰਦੇ ਆ ਕਿ ਸ਼ਹੀਦ ਊਧਮ ਸਿੰਘ ਕਿਵੇਂ ਉਹਨਾਂ ਨੇ ਜਲ੍ਹਿਆਂਵਾਲੇ ਬਾਗ ਤੋਂ ਜਿਹੜਾ ਉਸ ਦਾ ਬਦਲਾ ਸੀ ਉਹ ਲਿਆ, ਜਾਂ ਗਦਰ ਲਹਿਰ ਦੇ ਵਿੱਚ ਰਹੇ। ਤਾਂ ਇਸ ਕਰਕੇ ਪੰਜਾਬ ਦਾ ਇਤਿਹਾਸ ਆ ਜਿਹੜਾ ਉਹ ਸਰਕਾਰਾਂ ਦੇ ਖਿਲਾਫ ਜਿਹੜੇ ਆਵਾਜ਼ ਚੱਕਦੇ ਨੇ ਤੇ ਲੋਕਾਂ ਦੀ ਜਿਹੜੀ ਗੱਲ ਕਰਦੇ ਨੇ, ਜਾਂ ਆਪਾਂ ਇਹ ਗੱਲ ਕਰੀਏ ਵੀ ਜਿਹੜੇ ਸਮਾਜ ਦੇ ਸਰੋਕਾਰਾਂ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਵੱਧ ਮਾਨ ਸਨਮਾਨ ਦਿੰਦੇ ਨੇ। ਇਸ ਕਰਕੇ ਜੇ ਅਸੀਂ ਧਰਨਿਆਂ ਦੇ ਉੱਪਰ ਵੀ ਜਾਂਦੇ ਹਾਂ, ਪਹਿਲੀ ਗੱਲ ਤਾਂ ਅਸੀਂ ਸਾਡੀ ਜਥੇਬੰਦੀ ਉਹ ਆ ਜਿਸ ਦੀ ਪ੍ਰਮੁੱਖਤਾ ਜਿਹੜੀ ਆ ਉਹ ਐਜੂਕੇਸ਼ਨ ਆ, ਸਿੱਖਿਆ। ਨੰਬਰ 2 ਦੇ ਉੱਪਰ ਵਿਦਿਆਰਥੀ ਆ, ਨੰਬਰ 3 ਦੇ ਉੱਪਰ ਅਧਿਆਪਕ ਆ। ਸਾਡੀਆਂ ਮੰਗਾਂ ਦੇ ਵਿੱਚ ਵੀ ਪਹਿਲੀ ਮੰਗ ਇਹ ਹੁੰਦੀ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿੰਨੀਆਂ ਵੀ ਬੁਨਿਆਦੀ ਸਹੂਲਤਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਅਧਿਆਪਕ ਪੂਰੇ ਹੋਣੇ ਚਾਹੀਦੇ ਨੇ। ਜਿਹੜੀ ਸਿੱਖਿਆ ਇਹਦਾ ਨਿੱਜੀਕਰਨ ਬੰਦ ਹੋਣਾ ਚਾਹੀਦਾ। ਇਹਦਾ ਜਿਹੜਾ ਇਹ ਕੇਂਦਰੀਕਰਨ ਕਰ ਰਹੇ ਨੇ ਇਹਦੇ ਖਿਲਾਫ ਵੀ ਲੜਦੇ ਆ। ਇਸ ਤਾਂ ਮੰਗ ਕਰਦੇ ਆ ਵੀ ਜਿਹੜੀ ਸਿੱਖਿਆ ਉਹ ਸੂਬੇ ਦੇ ਅਧਿਕਾਰ ਦੇ ਵਿੱਚ ਹੋਣੀ ਚਾਹੀਦੀ ਆ। ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਕੋਈ ਵੀ ਸਿੱਖਿਆ ਨੀਤੀ ਨਹੀਂ ਹੈਗੀ। ਕਈ ਸੂਬੇ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੀ ਸਿੱਖਿਆ ਨੀਤੀ ਤਿਆਰ ਕੀਤੀ ਹੋਈ ਆ। ਪੰਜਾਬ ਦਾ ਇੱਕ ਵੱਖਰਾ ਸੱਭਿਆਚਾਰ ਆ, ਪੰਜਾਬ ਦੀ ਇੱਕ ਵੱਖਰੀ ਆਰਥਿਕਤਾ, ਵੱਖਰੀ ਬੋਲੀ ਆ, ਉਸ ਦੇ ਅਨੁਸਾਰ ਸਿੱਖਿਆ ਨੀਤੀ ਹੋਣੀ ਚਾਹੀਦੀ ਆ। ਕਿਉਂਕਿ ਅਸੀਂ ਇਹ ਸਾਰੀਆਂ ਮੰਗਾਂ ਰੱਖਦੇ ਆ ਤਾਂ ਬੱਚਿਆਂ ਦੇ ਵਿੱਚ ਉਹਨਾਂ ਅਧਿਆਪਕਾਂ ਦਾ ਵੱਧ ਸਤਿਕਾਰ ਹੁੰਦਾ ਜਿਹੜੇ ਸਮਾਜ ਲਈ ਲੜਦੇ ਨੇ, ਜਿਹੜੇ ਇਸ ਪ੍ਰਬੰਧ ਨੂੰ ਸੁਧਾਰਨ ਦੇ ਲਈ, ਇਸ ਪ੍ਰਬੰਧ ਨੂੰ ਲੋਕ ਪੱਖੀ ਬਣਾਉਣ ਲਈ ਲੜਦੇ ਨੇ। ਅੱਛਾ ਬੇਟਾ, ਵੀ ਇੱਕ ਸਵਾਲ ਹੈ ਕਿ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਇਆ ਜਾਂਦਾ ਵੀ ਸ਼ਹੀਦ ਭਗਤ ਸਿੰਘ ਕੌਣ ਨੇ, ਕਰਤਾਰ ਸਿੰਘ ਸਰਾਭਾ ਕੌਣ ਨੇ, ਗਦਰੀ ਬਾਬੇ ਕੌਣ ਨੇ, ਇਹ ਪੜ੍ਹਾਇਆ ਜਾਂਦਾ ਪ੍ਰਾਈਵੇਟ ਸਕੂਲ 'ਚ? ਸਿਰਫ ਪੰਜਾਬੀ ਦੇ ਜਿਹੜੇ ਟੀਚਰ, ਜਿਵੇਂ ਅਗਰ ਕੋਈ ਲੇਖ ਆਉਂਦਾ ਉਸ ਵਿੱਚ ਸਮਝਾਇਆ ਜਾਂਦਾ, ਉਵੇਂ ਨਹੀਂ ਹੁੰਦਾ। ਸਰਕਾਰੀ ਸਕੂਲ ਵਿੱਚ ਪੜ੍ਹਾਇਆ ਜਾਂਦਾ? ਹਾਂਜੀ, SST ਜਿਵੇਂ ਹਰ ਕੋਈ ਵੀ ਉਸਦੇ ਟੌਪਿਕ ਦੇ ਉੱਪਰ ਕੋਈ ਵੀ ਉਹ ਚੀਜ਼ ਆਉਂਦੀ ਉਹਨਾਂ ਦੇ ਬਾਰੇ ਪੂਰਾ ਸਮਝਾਇਆ ਜਾਂਦਾ। ਪ੍ਰਾਈਵੇਟ ਸਕੂਲ ਦੇ ਵਿੱਚ ਘੱਟ ਜਾਣਕਾਰੀ ਹੁੰਦੀ ਹੈ। ਹਾਂਜੀ। ਅੱਛਾ ਭਾਜੀ, ਹੁਣ ਜਿਵੇਂ ਇਹ ਪੜ੍ਹਾਈ ਦਾ ਵੀ ਅਸਰ ਹੁੰਦਾ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ? ਪ੍ਰਾਈਵੇਟ ਵਿੱਚ ਆਪਾਂ ਨੂੰ ਪਤਾ ਵੀ CBSE ਦੀ ਕਿਤਾਬਾਂ ਹੁੰਦੀਆਂ ਨੇ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬਾਂ ਹੁੰਦੀਆਂ ਨੇ। ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਦਾ ਅਸਰ ਪੈਂਦਾ? ਦੇਖੋ,
ਪਹਿਲੀ ਗੱਲ ਤਾਂ ਕਿ ਪੜ੍ਹਾਉਣ ਦਾ ਜਿਹੜਾ ਕੰਮ ਆ, ਇਹ ਜਿਹੜਾ ਹੁਣ ਇਸ ਸਮੇਂ ਦਾ ਖਪਤ ਵਾਲਾ ਸੱਭਿਆਚਾਰ ਆ ਨਾ, ਇਸ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਚਮਕ ਧਮਕ ਦੇ ਨਾਲ ਜੋੜ ਦਿੱਤੀਆਂ। ਸਿੱਖਿਆ ਵੀ ਆ ਜਿਹੜੀ, ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਇਹ ਨਿੱਜੀਕਰਨ ਪੱਖੀ ਪ੍ਰਬੰਧ ਆ, ਕਿ ਸਿੱਖਿਆ ਉੱਥੇ ਵਧੀਆ ਦਿੱਤੀ ਜਾ ਸਕਦੀ ਆ ਜਿੱਥੇ ਕੋਈ ਲਿਸ਼ਕਦੇ ਹੋਏ ਬਿਲਡਿੰਗਾਂ ਹੋਣ, ਚਮਕਦੀਆਂ ਹੋਈਆਂ ਬਿਲਡਿੰਗਾਂ ਹੋਣ। ਜਦ ਕਿ ਜਿਹੜੀ ਸਿੱਖਿਆ ਦੇਣੀ ਆ ਉਹ ਅਧਿਆਪਕ ਨੇ ਦੇਣੀ ਆ। ਜੇ ਅਧਿਆਪਕ ਚੰਗਾ ਹੋਊਗਾ, ਉਹ ਐਜੂਕੇਟਡ ਹੋਊਗਾ, ਕੁਆਲੀਫਾਈਡ ਹੋਊਗਾ, ਤਾਂ ਉਹ ਸਿੱਖਿਆ ਨੂੰ ਦਰੱਖਤ ਦੇ ਥੱਲੇ ਬੈਠ ਕੇ ਵੀ ਦੇ ਸਕਦਾ। ਉਹ ਉਸ ਸਿੱਖਿਆ ਨੂੰ ਕਿਸੇ ਸਰਕਾਰੀ ਸਕੂਲ ਦੇ ਵਿੱਚ ਵੀ ਦੇ ਸਕਦਾ ਤੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਦੇ ਸਕਦਾ। ਤੇ ਦੂਜਾ, ਜਿੱਥੋਂ ਤੱਕ ਤੁਸੀਂ ਇਹ ਪੁੱਛਿਆ ਕਿ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਦੇ ਵਿੱਚ ਕੀ ਫਰਕ ਆ, ਦੇਖੋ ਪਹਿਲਾ ਫਰਕ ਤਾਂ ਇਹੀ ਆ ਕਿ ਸਰਕਾਰੀ ਸਕੂਲ ਦੇ ਵਿੱਚ ਘੱਟੋ ਘੱਟ ਸਾਡੀ ਜਿਹੜੀ ਮਾਂ ਬੋਲੀ ਆ, ਉਸ ਦੇ ਉੱਪਰ ਕਿਸੇ ਤਰੀਕੇ ਦੀ ਕਦੇ ਵੀ ਕੋਈ ਪਾਬੰਦੀ ਨਹੀਂ ਲਗਾਈ ਜਾਂਦੀ। ਇੱਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਸੱਭਿਆਚਾਰ ਬਣ ਗਿਆ ਨਾ, ਕਿ ਸ਼ਾਇਦ ਹਿੰਦੀ ਬੋਲਣ ਵਾਲਾ ਜਾਂ ਅੰਗਰੇਜ਼ੀ ਬੋਲਣ ਵਾਲਾ ਉਹੀ ਵੱਧ ਪੜ੍ਹਿਆ ਲਿਖਿਆ ਹੁੰਦਾ ਹੈ ਨਾ। ਇਹ ਪ੍ਰਵਿਰਤੀ ਘੱਟੋ ਘੱਟ ਸਰਕਾਰੀ ਸਕੂਲ ਇਸ ਤੋਂ ਬਚੇ ਹੋਏ ਨੇ। ਪਰ ਅਫਸੋਸ ਇਹ ਆ ਵੀ ਸਾਡੇ ਸਿੱਖਿਆ ਵਿਭਾਗ ਦੇ ਵਿੱਚ ਵੀ ਜਿਹੜੀ ਅਫਸਰਸ਼ਾਹੀ ਆ, ਕਿਉਂਕਿ ਉਹ ਪੰਜਾਬ ਤੋਂ ਬਾਹਰਲੀ ਲਾਈ ਹੋਈ ਆ, ਉਹ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਯਤਨਾਂ ਦੇ ਵਿੱਚ ਰਹਿੰਦੇ ਨੇ ਕਿ ਪੰਜਾਬ ਦੇ ਵਿੱਚ ਕਿ ਇੰਗਲਿਸ਼ ਮੀਡੀਅਮ ਨੂੰ ਪ੍ਰਫੁੱਲਿਤ ਕੀਤਾ ਜਾਵੇ, ਹਿੰਦੀ ਨੂੰ ਪ੍ਰਫੁੱਲਿਤ ਕੀਤਾ ਜਾਵੇ। ਜਦ ਕਿ ਲੋੜ ਇਸ ਗੱਲ ਦੀ ਆ ਕਿ ਜਿਹਦੀ ਵੀ ਜੋ ਮਾਂ ਬੋਲੀ ਆ, ਜੇ ਕਿਸੇ ਦੀ ਪੰਜਾਬੀ ਆ ਤਾਂ ਪੰਜਾਬੀ ਨੂੰ ਵੱਧ ਮਹੱਤਤਾ ਦੇਣੀ ਚਾਹੀਦੀ ਆ, ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ। ਜੇ ਕਿਸੇ ਦੀ ਹਿੰਦੀ ਆ ਤਾਂ ਹਿੰਦੀ ਨੂੰ ਮਹੱਤਤਾ ਦੇਣੀ ਚਾਹੀਦੀ ਆ। ਤਾਂ ਇਸ ਤਰੀਕੇ ਨਾਲ ਜਿਹੜਾ ਪ੍ਰਾਈਵੇਟ ਤੇ ਸਰਕਾਰੀ ਦੇ ਵਿੱਚ ਇਹ ਵੀ ਇੱਕ ਅੰਤਰ ਹੈਗਾ। ਸਟੇਟਸ ਦਾ ਫਰਕ ਹੁੰਦਾ ਹੈ। ਤੁਸੀਂ ਹੋ ਹੁਣ ਟੀਚਰ ਹੋ, ਸਰਕਾਰੀ ਟੀਚਰ ਹੋ, ਜਾਂਦੇ ਹੋ, ਉੱਠਦੇ ਹੋ, ਬੈਠਦੇ ਹੋ, ਸੁਸਾਇਟੀ ਵੀ ਨਾਲ ਨਾਲ ਹੁੰਦੀ ਹੈ। ਇਹ ਸਟੇਟਸ ਦਾ ਹੀ ਫਰਕ ਹੁੰਦਾ ਜਾਂ ਕੋਈ ਸਰਕਾਰੀ ਨੌਕਰੀ ਵਾਲਾ ਕਹਿ ਦਿੰਦਾ ਯਾਰ ਮੇਰੇ ਬੱਚੇ ਕੋ ਪੜ੍ਹਨਾ ਸਰਕਾਰੀ ਸਕੂਲ ਦੇ ਵਿੱਚ, ਜਾਂ ਮੈਂ ਕਿਉਂ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਲਾਜ ਕਰਾਵਾਂ? ਸਟੇਟਸ ਦਾ ਫਰਕ ਪੈਂਦਾ ਜਾਂ ਤੁਸੀਂ ਦੇਖਿਆ ਹੋਵੇ ਤੁਹਾਡੀ ਬੇਟੀ ਨੂੰ ਸਰਕਾਰੀ ਸਕੂਲ ਪਾ ਕੇ ਵੀ ਤੁਹਾਡੇ ਸਟੇਟਸ 'ਚ ਫਰਕ ਪਿਆ ਹੋਵੇ? ਨਹੀਂ, ਮੇਰਾ ਸਟੇਟਸ ਤਾਂ ਵਧਿਆ ਸਗੋਂ। ਤੇ ਬਤੌਰ ਬਾਕੀ ਕਈ ਹੋਰ ਸੋਚਦੇ ਨੇ। ਨਹੀਂ, ਦੇਖੋ ਸੋਚ ਹੋ ਸਕਦੀ ਹੈ। ਪਹਿਲੀ ਗੱਲ ਤਾਂ ਇਹ ਸੋਚ ਬਣਾਈ ਜਾਂਦੀ ਹੈ, ਖੜੀ ਕੀਤੀ ਜਾਂਦੀ ਆ। ਇਹ ਜਿਹੜਾ ਕਾਰਪੋਰੇਟ ਮਾਡਲ ਆ ਨਾ, ਕਾਰਪੋਰੇਟ ਪ੍ਰਬੰਧ ਆ, ਇਹ ਇਸ਼ਤਿਹਾਰਾਂ ਰਾਹੀਂ, ਮੀਡੀਆ ਰਾਹੀਂ ਇਹ ਲੋਕਾਂ ਦੇ ਦਿਮਾਗ ਦਾ ਇੱਕ ਹਿੱਸਾ ਬਣਾਉਂਦਾ ਕਿ ਜੇ ਤੁਸੀਂ ਆਹ ਵਾਲਾ ਪ੍ਰੋਡਕਟ ਵਰਤੋਗੇ ਤਾਂ ਇਸ ਨਾਲ ਤੁਸੀਂ ਸ਼ਾਇਦ ਸਮਾਜ ਦੇ ਵਿੱਚ ਬਾਕੀਆਂ ਨਾਲੋਂ ਆਪਣੇ ਆਪ ਨੂੰ ਸਟੇਟਸ ਦੇ ਵਿੱਚ ਉੱਪਰ ਪਾਉਂਗੇ। ਇਸੇ ਢੰਗ ਨਾਲ ਪ੍ਰਾਈਵੇਟ ਹਸਪੀਟਲ, ਪ੍ਰਾਈਵੇਟ ਸਕੂਲ ਜਾਂ ਜੋ ਵੀ ਚੀਜ਼ ਪ੍ਰਾਈਵੇਟ ਆ, ਹੁਣ ਤੁਸੀਂ ਦੇਖੋ ਵੀ ਉਹੀ ਸਮਾਨ ਪਰਚੂਨ ਦਾ ਤੁਸੀਂ ਜਾ ਕੇ ਇੱਥੋਂ ਛੋਟੀ ਦੁਕਾਨ ਤੋਂ ਵੀ ਲੈ ਸਕਦੇ ਹੋ, ਤੇ ਬਿਲਕੁਲ ਉਹੀ ਸਮਾਨ ਤੁਸੀਂ ਜਾ ਕੇ ਵੱਡੇ ਮਾਲ ਦੇ ਵਿੱਚ ਵੀ ਲੈ ਸਕਦੇ ਹੋ। ਤੇ ਜਦੋਂ ਤੁਸੀਂ ਵੱਡੇ ਮਾਲ ਦੇ ਵਿੱਚ ਜਾ ਕੇ ਲੈਂਦੇ ਹੋ, ਉੱਥੇ ਵੱਧ ਪੈਸੇ ਦਿੰਦੇ ਹੋ, ਵੱਧ ਲੁੱਟ ਕਰਵਾਉਂਦੇ ਹੋ, ਉਹ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਸਾਡਾ ਤਾਂ ਸਟੇਟਸ ਬਹੁਤ ਵਧੀਆ। ਤੇ ਤੁਹਾਡੇ ਹੱਥ ਦੇ ਵਿੱਚ ਜਦੋਂ ਉਸ ਮਾਲ ਦਾ ਲਿਫਾਫਾ ਹੁੰਦਾ ਤਾਂ ਤੁਸੀਂ 100 ਰੁਪਏ ਵਾਲੀ ਚੀਜ਼ 1000 ਰੁਪਏ ਵਿੱਚ ਖਰੀਦ ਕੇ ਵੀ ਆਪਣੇ ਆਪ ਨੂੰ ਸਟੇਟਸ 'ਚ ਉੱਪਰ ਸਮਝਦੇ ਹੋ। ਤਾਂ ਇਹ ਸਾਰਾ ਇਸ ਜਿਹੜਾ ਪ੍ਰਬੰਧ ਆ, ਕਾਰਪੋਰੇਟ ਪੱਖੀ ਪ੍ਰਬੰਧ ਆ, ਉਸ ਦੀਆਂ ਖੜੀਆਂ ਕੀਤੀਆਂ ਹੋਈਆਂ ਗੱਲਾਂ ਨੇ। ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਜਾਂ ਆਪਣੇ ਅਧਿਆਪਕਾਂ ਨੂੰ ਇਸ ਤੋਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇਸ ਪ੍ਰਬੰਧ ਨੂੰ ਬਦਲ ਕੇ ਸੱਚਮੁੱਚ ਜਿਸ ਦੇ ਵਿੱਚ ਸਹੂਲਤਾਂ ਬਰਾਬਰ ਹੋਣ, ਸਭ ਲਈ ਰੁਜ਼ਗਾਰ ਹੋਵੇ, ਸਭ ਲਈ ਸਿੱਖਿਆ ਹੋਵੇ, ਤੇ ਸਿੱਖਿਆ ਤੇ ਸਿਹਤ ਬਿਲਕੁਲ ਮੁਫਤ ਹੋਣੇ ਚਾਹੀਦੇ। ਤੁਹਾਨੂੰ ਜਦੋਂ ਤੁਸੀਂ ਬੇਟੀ ਨੂੰ ਸਕੂਲੇ ਪਾਇਆ ਸਰਕਾਰੀ, ਤੁਹਾਨੂੰ ਕਿਸੇ ਟੀਚਰ ਨੇ ਕਿਹਾ ਹੋਵੇ ਯਾਰ ਤੁਸੀਂ ਬੇਟੀ ਨੂੰ ਸਕੂਲੇ ਪਾਇਆ ਸੀ ਸਰਕਾਰੀ ਨੂੰ ਮੈਂ ਵੀ ਪਾਤਾ, ਕਿਸੇ ਨੇ ਪਾਇਆ ਤੁਹਾਨੂੰ ਦੇਖ ਕੇ? ਦੇਖੋ, ਇੱਕ ਗੱਲ ਤਾਂ ਹੈਗੀ ਆ ਕਿ ਪਹਿਲੀ ਗੱਲ ਮੈਂ ਸਪਸ਼ਟ ਕਰਦਾ ਕਿ ਬਹੁਤ ਸਾਰੇ ਅਧਿਆਪਕ ਨੇ ਜਿਨ੍ਹਾਂ ਦੇ ਬੱਚੇ ਆਲਰੇਡੀ ਪਹਿਲਾਂ ਵੀ ਪੜ੍ਹ ਰਹੇ ਸੀ ਤੇ ਕੁਝ ਉਸ ਤੋਂ ਬਾਅਦ ਵੀ ਪੜ੍ਹਨ ਜਿਨ੍ਹਾਂ ਨੇ ਲਾਏ ਨੇ। ਤਾਂ ਮੇਰੇ ਨਾਲ ਕਈ ਅਧਿਆਪਕਾਂ ਦੀ ਗੱਲ ਹੋਈ ਤੇ ਕਈਆਂ ਨੇ ਤਾਂ ਇਸ ਦਾ ਗਿਲਾ ਵੀ ਕੀਤਾ, ਕਹਿੰਦੇ ਵੀ ਦੇਖੋ ਵੀ ਇਹਨਾਂ ਨੇ ਆਪਣੇ ਬੱਚੇ ਪੜ੍ਹਾਏ ਨੇ ਜਾਂ ਪੜ੍ਹਾ ਰਹੇ ਨੇ ਤਾਂ ਉਹ ਚਰਚਾ ਦਾ ਵਿਸ਼ਾ ਬਣਿਆ, ਜਦ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਆਲਰੇਡੀ ਪਹਿਲਾਂ ਤੋਂ ਹੀ ਪੜ੍ਹਾ ਰਹੇ ਹਾਂ। ਇਸ ਕਰਕੇ ਵੱਡੀ ਗਿਣਤੀ ਦੇ ਅਧਿਆਪਕ ਨੇ ਜਿਨ੍ਹਾਂ ਦੇ ਬੱਚੇ ਪੜ੍ਹ ਰਹੇ ਨੇ ਸਕੂਲਾਂ ਦੇ ਵਿੱਚ। ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਨਾ ਸਰਕਾਰਾਂ ਦਾ ਵੀ ਇੱਕ ਏਜੰਡਾ ਹੁੰਦਾ ਕਿ ਜਿਹੜੇ ਮਹਿਕਮਿਆਂ ਨੂੰ ਨਿੱਜੀ ਕਰਨਾ ਹੁੰਦਾ, ਪ੍ਰਾਈਵੇਟ ਕਰਨਾ ਹੁੰਦਾ, ਉਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਇੱਕ ਗੱਲ ਵੀ ਖੜੀ ਕੀਤੀ ਜਾਂਦੀ ਆ ਵੀ ਸ਼ਾਇਦ ਪਤਾ ਨਹੀਂ ਵੀ ਇਹ ਨਹੀਂ ਪੜ੍ਹਾਉਂਦੇ ਜਾਂ ਇਹਨਾਂ ਦੇ ਬੱਚੇ ਕਿਉਂ ਨਹੀਂ ਪੜ੍ਹਦੇ। ਜਿਵੇਂ ਹੁਣ ਬਿਜਲੀ ਬੋਰਡ ਪਿਛਲੇ ਸਮੇਂ ਦੇ ਵਿੱਚ ਨਿਗਮੀਕਰਨ ਹੋਇਆ, ਪ੍ਰਾਈਵੇਟ ਹੋਇਆ, ਤਾਂ ਪਹਿਲਾਂ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਦਨਾਮ ਕੀਤਾ ਗਿਆ ਵੀ ਪਤਾ ਨਹੀਂ ਬਿਜਲੀ ਤਾਂ ਜਾਂਦੀ ਆ ਵੀ ਸ਼ਾਇਦ ਬਿਜਲੀ ਬੋਰਡ ਵਾਲੇ ਮੁਲਾਜ਼ਮ ਨਹੀਂ ਕੰਮ ਕਰਦੇ। ਹੁਣ ਉਹੀ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਤੇ ਸਭ ਤੋਂ ਦੇਸ਼ ਤੋਂ ਵੱਧ ਮਹਿੰਗੀ ਬਿਜਲੀ ਆ ਜਿਹੜੀ ਉਹ ਅਸੀਂ ਇੱਥੇ ਖਰੀਦ ਰਹੇ ਹਾਂ ਤੇ ਹੁਣ ਕੋਈ ਸਵਾਲ ਨਹੀਂ ਹੋ ਰਿਹਾ। ਇਸ ਕਰਕੇ ਇਹ ਸਰਕਾਰਾਂ ਵੀ ਖੜੀਆਂ ਕਰਦੀਆਂ ਨੇ ਕਿ ਸਵਾਲ ਲੋਕ ਸਿਆਸੀ ਲੋਕਾਂ ਤੋਂ ਨਾ ਪੁੱਛਣ, ਬਿਊਰੋਕ੍ਰੇਸੀ ਤੋਂ ਨਾ ਪੁੱਛਣ, ਅਫਸਰਸ਼ਾਹੀ ਤੋਂ ਨਾ ਪੁੱਛਣ, ਉਹ ਇੱਕ ਦੂਜੇ ਦੇ ਨਾਲ ਹੀ ਆਪਣਾ ਜਿਹੜਾ ਉਹ
ਝਗੜਾ ਉਹ ਵਧਾਉਣ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ ਕਿ ਲੱਗਦਾ ਹੁਣ ਕੋਈ ਵੀ ਲੀਡਰ ਜਾਂ ਕੋਈ ਵੀ ਇਹੋ ਜਿਹਾ ਸ਼ਖਸ, ਜਦ ਲੀਡਰ ਦੀ ਗੱਲ ਕਰ ਲਈਏ ਵੀ ਕੋਈ ਵੀ ਇਹੋ ਜਿਹਾ ਲੀਡਰ ਹੁਣ ਲੱਗਦਾ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਪੜ੍ਹਾ ਸਕਦਾ ਹੈ, ਜਾਂ ਆਪਣੇ ਜੋ ਉਹਨਾਂ ਨੇ ਰੀਬਨ ਕੱਟੇ ਨੇ, ਫੀਤੇ ਕੱਟੇ ਨੇ, ਜਿਹੜੇ ਲੀਡਰਾਂ ਨੇ ਵੀ ਇੱਥੇ ਹਸਪਤਾਲ ਬਣ ਗਿਆ, ਇੱਥੇ ਸਰਕਾਰੀ ਸਕੂਲ ਬਣ ਗਿਆ, ਜਿਨ੍ਹਾਂ ਨੇ ਫੀਤੇ ਵੀ ਕੱਟੇ ਨੇ, ਕਿ ਆਪਣੇ ਹੀ ਬੱਚਿਆਂ ਨੂੰ ਉਸੇ ਹਸਪਤਾਲ ਵਿੱਚ ਇਲਾਜ ਕਰਾ ਸਕਦੇ ਨੇ ਜਾਂ ਆਪਣੇ ਹੀ ਬੱਚਿਆਂ ਨੂੰ ਉਸੇ ਸਕੂਲ ਦੇ ਵਿੱਚ ਪਾ ਸਕਦੇ ਨੇ ਪੜ੍ਹਨ ਵਾਸਤੇ ਜਿਨ੍ਹਾਂ ਨੇ ਫੀਤੇ ਕੱਟੇ ਨੇ? ਦੇਖੋ, ਇਹ ਪਹਿਲੀ ਗੱਲ ਤਾਂ ਲੀਡਰਾਂ ਵਾਸਤੇ ਮੈਂ ਤਾਂ ਇਸ ਤੋਂ ਪਹਿਲਾਂ ਕਿਹਾ ਵੀ ਇਹ ਕੰਪਲਸਰੀ ਹੋਣਾ ਚਾਹੀਦਾ ਕਿ ਜਿਹੜੇ ਵੀ ਸਰਕਾਰੀ ਖਜ਼ਾਨੇ ਦੀਆਂ ਸਹੂਲਤਾਂ ਮੰਨਦੇ ਨੇ, ਤਨਖਾਹ ਦੇ ਰੂਪ 'ਚ, ਭੱਤਿਆਂ ਦੇ ਰੂਪ 'ਚ, ਪੈਨਸ਼ਨਾਂ ਦੇ ਰੂਪ ਦੇ ਵਿੱਚ, ਤੇ ਉਹਨਾਂ ਨੂੰ ਤਾਂ ਉਹ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਉਹ ਪਾਬੰਦ ਹੋਣੇ ਚਾਹੀਦੇ ਨੇ। ਕਿ ਜਿਹੜਾ ਸਿਹਤ ਮੰਤਰੀ ਆ ਉਹ ਆਪਣਾ ਇਲਾਜ ਨਿੱਜੀ ਹਸਪਤਾਲ ਦੇ ਵਿੱਚੋਂ ਕਿਉਂ ਕਰਾਵੇ, ਸਰਕਾਰੀ ਦੇ ਵਿੱਚੋਂ ਕਿਉਂ ਨਾ ਕਰਵਾਵੇ? ਸਹੂਲਤ ਵੀ ਇਹਨਾਂ ਦਿੱਤੀ ਨਾ, ਸਹੂਲਤ ਇਹਨਾਂ ਦਿੱਤੀ ਨਾ ਫਿਰ। ਬਿਲਕੁਲ, ਸਿੱਖਿਆ ਮੰਤਰੀ ਨੇ, ਜੇ ਸਿੱਖਿਆ ਮੰਤਰੀ ਦੇ ਖੁਦ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਨਹੀਂ ਪੜ੍ਹਦੇ ਤਾਂ ਉਸ ਨੂੰ ਸਵਾਲ ਹੋਣਗੇ। ਇਸ ਕਰਕੇ ਪਹਿਲੀ ਗੱਲ ਤਾਂ ਇਹ ਕੰਪਲਸਰੀ ਹੋਣਾ ਚਾਹੀਦਾ ਕਿ ਜਿੰਨੇ ਵੀ ਨੇ ਵਿਧਾਇਕ ਨੇ, ਮੁਲਾਜ਼ਮ ਨੇ, ਅਧਿਆਪਕ ਨੇ ਜਾਂ ਬਿਊਰੋਕ੍ਰੇਸੀ, ਇਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨੇ ਚਾਹੀਦੇ ਨੇ। ਦੂਜਾ, ਹੁਣ ਆ ਕੇ ਆਉਣ ਵਾਲਾ ਸਮਾਂ ਇਲੈਕਸ਼ਨ ਦਾ ਆ ਰਿਹਾ, ਮੈਂ ਤਾਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਜਿੱਥੇ ਸਵਾਲ ਇਹ ਕਰ ਰਹੇ ਹਾਂ ਖੇਤੀ ਕਾਨੂੰਨਾਂ ਨਾਲ ਜੁੜੇ ਹੋਏ, ਆਪਾਂ ਇਹ ਵੀ ਸਵਾਲ ਕਰੀਏ ਕਿ ਜਿਹੜਾ ਵੀ ਸਾਡੇ ਕੋਲ ਲੀਡਰ ਆਉਂਦਾ ਕਿ ਕੀ ਤੁਸੀਂ ਇਸ ਗੱਲ 'ਤੇ ਸਹਿਮਤ ਹੋ ਕਿ ਜੋ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਹੂਲਤਾਂ ਲੈਂਦਾ ਉਸ ਦੇ ਬੱਚੇ ਨੇ ਜਿਹੜੇ ਉਹ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਅਤੇ ਉਹਦਾ ਜਿਹੜਾ ਇਲਾਜ ਆ ਉਹ ਵੀ ਉਹ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਕਰਵਾਉਣ। ਅਤੇ ਦੂਜਾ, ਇਹਨਾਂ ਨੂੰ ਇਹ ਵੀ ਸਵਾਲ ਕਰੀਏ ਕਿ ਕੀ ਤੁਸੀਂ ਇਸ ਗੱਲ ਲਈ ਸਹਿਮਤ ਹੋ ਕਿ ਪੰਜਾਬ ਦੇ ਅਧਿਆਪਕਾਂ ਦੀ ਜਿਹੜੀ ਡਿਊਟੀ ਆ, ਗੈਰ ਵਿਦਿਅਕ ਡਿਊਟੀ ਕਿਸੇ ਵੀ ਤਰ੍ਹਾਂ ਦੀ, ਉਹ ਨਹੀਂ ਲੱਗਣੀ ਚਾਹੀਦੀ, ਉਹਨਾਂ ਨੂੰ ਸਿਰਫ ਜਿਹੜਾ ਪੜ੍ਹਾਉਣ ਦਾ ਕੰਮ ਆ ਉਸ ਵਾਸਤੇ ਛੱਡਿਆ ਜਾਵੇ। ਤੇ ਸਾਰੀ ਗੱਲ ਮੈਂ ਸੁਣੀ ਆ, ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ ਜਦੋਂ ਵੀ ਚਰਚਾ ਹੁੰਦੀ ਹੈ ਵੀ ਇੱਕ ਵਿਅਕਤੀ ਸਰਕਾਰੀ ਟੀਚਰ ਹੈ, ਚਾਹੇ ਕੋਈ ਵੀ ਸਰਕਾਰੀ ਅਹੁਦੇ 'ਤੇ ਮੌਜੂਦ ਹੈ, ਉਹ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਕਿਉਂ ਨਹੀਂ ਪੜ੍ਹਾਉਂਦਾ, ਉਹ ਆਪਣਾ ਇਲਾਜ ਸਰਕਾਰੀ ਹਸਪਤਾਲ ਵਿੱਚ ਕਿਉਂ ਨਹੀਂ ਕਰਵਾਉਂਦਾ? ਇਹ ਸਵਾਲ ਲੀਡਰਾਂ ਨੂੰ ਵੀ ਨੇ। ਕੋਈ ਵੀ ਲੀਡਰ ਤੁਹਾਡੇ ਪਿੰਡ ਵਿੱਚ ਆਇਆ ਫੀਤਾ ਕੱਟਣ ਵਾਸਤੇ, ਚਾਹੇ ਸਰਕਾਰੀ ਸਕੂਲ ਦਾ, ਚਾਹੇ ਇਹ ਹਸਪਤਾਲ ਦਾ, ਉਹਨਾਂ ਨੂੰ ਵੀ ਸਵਾਲ ਕਰੋ ਕਿ ਤੁਸੀਂ ਵੀ ਸਹੂਲਤਾਂ ਇਸੇ ਚੀਜ਼ ਤੋਂ ਲੈ ਰਹੇ ਹੋ ਜੋ ਸਾਨੂੰ ਸਹੂਲਤਾਂ ਦੇ ਰਹੇ ਹੋ। ਜੇ ਕੋਈ ਫੀਤਾ ਕੱਟ ਕੇ ਗਿਆ, ਤੁਹਾਨੂੰ ਸਹੂਲਤ ਦਿੱਤੀ ਜਾਂਦੀ ਹੈ ਹਸਪਤਾਲ ਦੇ ਵਿੱਚ ਦਵਾਈਆਂ ਦੀ, ਡਾਕਟਰ ਦੀ, ਕਿ ਉਹੀ ਸਹੂਲਤ ਉਹ ਮੰਤਰੀ ਜਾਂ ਲੀਡਰ ਨਹੀਂ ਲੈ ਸਕਦਾ? ਫਿਰ ਇਹ ਬਾਹਰ ਕਿਉਂ ਜਾਂਦੇ ਨੇ ਇਲਾਜ ਕਰਵਾਉਣ ਵਾਸਤੇ? ਆਪਾਂ ਦੇਖਿਆ ਸ਼ਾਇਦ ਹੀ ਕੋਈ ਪਿਛਲੇ ਕਈ ਸਾਲਾਂ ਦੇ ਵਿੱਚੋਂ, ਜੇ ਤੁਹਾਨੂੰ ਵੀ ਕੋਈ ਲੱਗਦਾ ਵੀ ਕੋਈ ਲੀਡਰ ਦਾ ਨਾਮ ਸੁਣਿਆ ਹੋਵੇਗਾ, ਕਮੈਂਟ ਕਰਕੇ ਦੱਸਣਾ ਵੀ ਕਿਸੇ ਵੀ ਲੀਡਰ ਨੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਾਇਆ ਹੋਵੇ, ਕਿਸੇ ਵੀ ਲੀਡਰ ਦਾ ਮੁੰਡਾ ਜਾਂ ਕੁੜੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਹੋਵੇ। ਜੇ ਤੁਹਾਨੂੰ ਕੋਈ ਲੀਡਰ ਦਾ ਨਾਮ ਯਾਦ ਹੋਏ, ਕਮੈਂਟ ਕਰਕੇ ਦੱਸਣਾ। ਤਾਂ ਦੂਸਰੇ ਪਾਸੇ ਸਵਾਲ ਕਰ ਲੈਣਾ, ਜੋ ਸਹੂਲਤਾਂ ਤੁਹਾਨੂੰ ਲੀਡਰ ਦਿੰਦੇ ਨੇ ਸਰਕਾਰੀ ਪੱਖੋਂ, ਕੀ ਵਾਕਈ ਉਹੀ ਸਹੂਲਤਾਂ ਵੀ ਲੈਦੇ ਨੇ ਕਿ ਉਹ ਵੀ ਇਲਾਜ ਕਰਵਾਉਣ ਵਾਸਤੇ ਬਾਹਰ ਜਾਂਦੇ ਨੇ? ਸਵਾਲ ਕਰ ਲਿਆ ਜੇ, ਕਿਉਂਕਿ ਸਵਾਲ ਤਾਂ ਕਰੇ ਜੇ ਆਉਣ ਵਾਲਾ ਭਵਿੱਖ ਤੁਹਾਡੇ ਇਸ ਸਵਾਲਾਂ ਦੇ ਬੁਨਿਆਦ ਉੱਤੇ ਹੀ ਟਿਕਿਆ ਹੋਇਆ ਹੈ।